कि पिछलियां सरकारां ने इन्नी महंगी बिजली खरीदी, हुण उन्हां ने अपने काबल बुलारे भेज दिते है। मेरे साथी ने बड़े अच्छे बुलारे ने, वो हुण वो रफू करन वास्ते आ जांदे है कि आपदियां गलतियां ते वो शब्दां दे हेर फेर नाल पर्दा पा दिंदे है। कोई माई दा लाल उंगल नहीं चक सकदा। सरकारी सतलुज जल विद्युत निगम तो बिजली खरीदी है, किसी प्राइवेट कंपनी तो नहीं खरीदी। सरकार जी जे ध्यान नाल देखोगे तो ਤੁਹਾਨੂੰ पता लगूगा लोगों ਨੂੰ नहीं, पंजाब की सरकार आम आदमी पार्टी ਨੂੰ फायदा हो रहा है। प्रॉफिट पंजाब के लोगों तो ना कमाओ कि सस्ती बिजली खरीदांगे ते महंगी बेचांगे, ऐं चली चलूगा। ਅਸੀਂ ਲੋਕਾਂ ਨੂੰ ਮੇਕ ਸ਼ੋਰ ਕਰਾਂਗੇ ਇਨਸਾਫ ਵੀ ਮਿਲੇ, ਲੋਕਾਂ ਨੂੰ ਫਾਇਦਾ ਵੀ ਮਿਲੇ, ਕਿਉਂਕਿ ਉਹ ਡਿਜ਼ਰਵ ਕਰਦੇ ਆ, ਟੈਕਸ ਭਰਦੇ ਆ। ਉਹ ਮੈਂ ਬੱਬੀਵਾਲ ਸਾਹਿਬ ਦਾ ਧੰਨਵਾਦ ਕਰਦਾ ਹਾਂ। ਇਹ ਕਹਿੰਦੇ 387 ਕਰੋੜ ਰੁਪਇਆ, ਸਰਕਾਰ ਕਹਿ ਰਹੀ ਹੈ 431 ਕਰੋੜ ਰੁਪਇਆ। ਇਹ ਫਿਗਰ ਬਦਲ ਕਿਉਂ ਰਹੀ ਹੈ ਜੀ? ਇਹਨਾਂ ਦੀ ਸਰਕਾਰ ਨੇ ਕਿਹਾ ਸੀਗਾ ਵੀ ਕੈਪਟਨ ਸਾਹਿਬ ਦੇ ਘਰੇ ਬਿਜਲੀ ਬੰਦ ਕਰ ਦਾਂਗੇ ਜੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਨਾ ਕੀਤੇ। ਤੇ ਹੁਣ ਇਹ ਦੱਸਣ 1.5 ਸਾਲ ਦੇ ਵਿੱਚ ਕਿੰਨੇ ਪਾਵਰ ਪਰਚੇਜ਼ ਰੱਦ ਕੀਤੇ ਜੀ? ਜਿਹੜੀ 431 मैं चलो मुख मंत्री जी की फिगर लै लैना कि सानू बचेगा 25 सालों के विच, ते एक साल का कितना बनया 17 करोड़। तो अपना ये किहड़ियां गल्लां कर रहे हो? मुख मंत्री जी क्या इन्ने वेले हैगे आ कि 17 करोड़ के वास्ते पीसी करन? जिन्ने पैसे इन्हां ने 17 करोड़ बचाना आ ते 37 करोड़ 50 करोड़ रुपया तो एडवरटाइजमेंट ते ला देना। मैं नाल ही ये गल कहांगा कि कुछ दिन पहला तो रौला पै रहा सीगा भी ਜਿਹੜੇ ਕਿਸਾਨਾਂ ਦੇ ਟਿਊਬਲਾਂ ਤੇ ਮੀਟਰ ਲਾ ਦੇਣੇ ਨੇ, ਤੇ ਫਿਰ ਇਹਦਾ ਕੀ ਫਾਇਦਾ ਮਿਲੂਗਾ? ਇਹ ਵੀ ਪਹਿਲਾਂ ਪਤਾ ਲੱਗੇ ਨਾ ਵੀ ਕਿਸਾਨਾਂ ਨੂੰ ਨਿਰੰਤਰ ਚਾਲੂ ਰਹੇਗੀ, ਫ੍ਰੀ ਕਿ ਨਹੀਂ ਰਹੇਗੀ। ਬਿਜਲੀ ਦੇ ਮਸਲੇ 'ਚ ਸਰਕਾਰ ਨੇ ਕੁਝ ਠੀਕ ਪਹਿਲੇ ਸਮੇਂ 'ਚ ਕੀਤਾ, ਜੇ ਹੁਣ ਗਾਹਾਂ ਵੀ ਇਹ ਠੀਕ ਕਰਨਗੇ ਤਾਂ ਉਸ ਕੰਮ 'ਚ ਸਰਕਾਰ ਦੀ ਅਸੀਂ ਗੁੱਡਵਿਲ ਵੀ ਕਰਾਂਗੇ ਵੀ ਚੰਗਾ ਆ, ਉਹ ਅਸੀਂ ਮਾੜਾ ਨਹੀਂ ਹਰ ਵੇਲੇ ਪਿੱਕੋ ਹੀ ਨਿੰਦੀ ਜਾਣਾ ਹਰ ਵੇਲੇ। ਜਿੰਨਾ ਚਿਰ ਆਪਦੇ ਪੈਰਾਂ ਤੇ ਖੜੇ ਨਾ ਹੋਈਏ, ਪਾਵਰ ਦਾ ਕੋਈ ਦੂਜਾ ਸਾਡੇ ਕੋਲੇ ਸੋਰਸ ਨਾ ਹੋਵੇ, ਪਾਵਰ ਦੀ ਬੈਂਕਿੰਗ ਨਾ ਹੋਵੇ, ਬਿਨਾਂ ਬਿਜਲੀ ਤੋਂ ਅਸੀਂ ਕੈਂਸਲ ਕਿੱਦਾਂ ਕਰ ਸਕਦੇ ਹਾਂ? ਉਹਨਾਂ 'ਚ ਇੰਡੈਮਟੀ ਬੌਂਡ ਭਰੇ ਹੋਏ ਆ ਪੁਰਾਣੀਆਂ ਸਰਕਾਰਾਂ ਨੇ ਕਿ ਜਿਹੜੀਆਂ ਇਹਨਾਂ ਨੇ ਸ਼ਰਤਾਂ ਰੱਖੀਆਂ ਉਹ ਪੀਪੀਏ ਕੈਂਸਲ ਵੀ ਵਿਧਾਨ ਸਭਾ 'ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਵਾਂਗ ਹੀ ਹੋਣਗੇ। ਠੀਕ ਹੈ, ਲੇਕਿਨ ਉਦੋਂ ਤੱਕ ਪਹੁੰਚਣ ਲਈ ਪੰਜਾਬ ਦੇ ਲੋਕਾਂ ਨੂੰ ਤਕਲੀਫ ਨਾ ਆਵੇ, ਇਸ ਕਰਕੇ ਅਸੀਂ ਬਿਜਲੀ ਨੂੰ ਸੋਰਸ ਕਰ ਰਹੇ ਹਾਂ। ਤੁਸੀਂ ਇਹ 5 ਸਾਲ ਦੇ ਸਕੋਗੇ? 20,000 ਕਰੋੜ ਰੁਪਇਆ, 20,000 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ, ਬਹੁਤ ਵੱਡੀ। ਤੇ ਕੀ ਇਹ ਹਰੇਕ ਸਾਲ ਭਰ ਸਕੋਗੇ? ਤੇ ਜੇ ਨਹੀਂ ਭਰ ਸਕੇ ਤੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਜ਼ਾ ਲੈ ਕੇ ਵਧਾ ਕੇ ਤੇ ਉਹ ਤੋਂ ਬਾਅਦ ਆ ਚੀਜ਼ ਕਰੂਗੀ? ਪਰ ਅਸੀਂ ਇਹਨਾਂ ਨੂੰ ਇਹ ਆਗਾਹ ਕਰ ਦੇਣਾ ਚਾਹੁੰਦੇ ਆ, ਅਸੀਂ ਤਦ ਮੰਨਾਂਗੇ ਵੀ ਤੁਸੀਂ ਪੰਜਾਬ ਦਾ ਭਲਾ ਕਰ ਰਹੇ ਹੋ ਜੇ ਜਿਹੜੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਉਹਨੂੰ ਨਿਰੰਤਰ ਚਲਾਓ। ਕਰੋੜਾਂ ਰੁਪਏ ਦੀ ਸਬਸਿਡੀ ਤੁਹਾਡੇ ਕੋਲ ਹੈ ਕਿਆ? ਨੰਗੀ ਨਹਾਉਣਾ ਕੀ ਤੇ ਨਿਚੋੜਨਾ ਕੀ? ਕਿਹਨੇ ਮੰਗੀ ਸੀ ਤੁਹਾਡੇ ਤੋਂ ਸਬਸਿਡੀ? ਦਿਓ ਜੇ ਤੁਹਾਡੇ ਕੋਲ ਕਰਜ਼ਾ, ਪਹਿਲਾਂ ਕਰਜ਼ਾ ਤਾਂ ਉਤਾਰ ਲਓ। ਤੁਸੀਂ 17 ਕਰੋੜ ਦੇ ਨਾਲ ਲੋਲੀਪੌਪ ਦੇ ਕੇ ਮੁੱਖ ਮੰਤਰੀ ਜੀ ਆਪਣਾ ਪੀਸੀ ਕਰ ਰਹੇ ਹੈਗੇ ਆ ਕਿ ਅਸੀਂ ਪਤਾ ਨਹੀਂ ਕਿੰਨਾ ਮਾਰਕਾ ਮਾਰ ਲਿਆ ਹੈਗਾ ਆ। ਤੁਸੀਂ ਆਪਣਾ ਦੱਸੋਗੇ ਨਾ ਕਿ ਸਾਡਾ ਪਿਛਲੇ 18 ਮਹੀਨਿਆਂ ਦੇ ਵਿੱਚ ਐਡਵਰਟਾਈਜ਼ਮੈਂਟ ਤੇ ਕਿੰਨੇ ਕਰੋੜ ਖਰਚ ਆਇਆ। ਤੁਸੀਂ ਸਾਨੂੰ ਪੰਜਾਬ ਦੀ ਪਬਲਿਕ ਨੂੰ ਦੱਸੋ ਕਿ ਤੁਸੀਂ ਬਾਹਰਲੇ ਸੂਬਿਆਂ ਦੇ ਵਿੱਚ ਅਖਬਾਰਾਂ ਤੇ ਟੀਵੀ ਦੇ ਉੱਤੇ ਕਿੰਨੇ ਕਰੋੜਾਂ ਦੀ ਐਡਵਰਟਾਈਜ਼ਮੈਂਟ ਦਿੱਤੀ ਆ। ਕੀ ਬੇਨਤੀ ਹੈ ਕਿ ਕਰਜ਼ਾ ਚੜਾਇਆ ਕਿਨੇ? ਲੱਦਰ ਸਾਹਿਬ, ਤੁਹਾਡੀ ਆਪ ਦੀ ਬੀਜੇਪੀ ਅਕਾਲੀ ਦਲ ਨਾਲ ਗਠਬੰਧਨ ਸੀ, ਸ਼ਾਇਦ ਤੁਹਾਨੂੰ ਯਾਦ ਨਹੀਂ ਰਿਹਾ। ਤੁਸੀਂ ਅਕਾਲੀ ਕਾਂਗਰਸ ਦਾ ਨਾਂ ਤਾਂ ਲੈ ਕੇ ਭਾਜਪਾ ਦਾ ਭੁੱਲ ਗਏ। ਭਾਜਪਾ ਦੇ ਬੜੇ ਨਿੱਘੇ ਰਿਲੇਸ਼ਨ ਰਹੇ, 15 ਸਾਲ ਰਾਜ ਕੀਤਾ ਤੁਸੀਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਤੇ ਇਸ ਵਕਤ ਜੇਕਰ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਸਿਆਸਤ ਦੇ ਮੁੱਦਿਆਂ ਦੀ ਗੱਲ ਕਰ ਲਈਏ ਤਾਂ ਬਿਜਲੀ ਬੜਾ ਅਹਿਮ ਮੁੱਦਾ ਰਿਹਾ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਬਿਜਲੀ ਮੁਫਤ ਦੀਆਂ ਗੱਲਾਂ ਕੀਤੀਆਂ ਗਈਆਂ, ਫਿਰ ਵਿਰੋਧੀਆਂ ਨੇ ਘੇਰਿਆ, ਉਸ ਤੋਂ ਬਾਅਦ ਸਰਕਾਰ ਬਣਦੀ, ਸੱਤਾ ਵਿੱਚ ਆਉਂਦੇ ਨੇ, ਬਿਜਲੀ ਮੁਫਤ ਕਰਦੇ ਨੇ। ਬਿੱਲਾਂ ਨੂੰ ਲੈ ਕੇ ਲਗਾਤਾਰ ਵਿਰੋਧੀ ਘੇਰਦੇ ਰਹੇ, ਪਰ ਉਸ ਤੋਂ ਅੱਗੇ ਪੜਾਅ ਦਰ ਪੜਾਅ ਜੇਕਰ ਸਰਕਾਰ ਬਿਜਲੀ ਦੇ ਮਾਮਲੇ ਦੀ ਗੱਲ ਕਰਦੀ ਆ ਤਾਂ ਸਰਕਾਰ ਹੁਣ ਕਹਿੰਦੀ ਹੈ ਕਿ ਇੱਕ ਨਵਾਂ ਸਮਝੌਤਾ ਕੀਤਾ, ਸੌਰ ਊਰਜਾ ਸਮਝੌਤਾ ਹੋਇਆ, ਜਿਸ ਦੇ ਨਾਲ ਹੁਣ ਬਿਜਲੀ ਦੇ ਵਿੱਚ ਕਦੇ ਕਟੌਤੀ ਨਹੀਂ ਹੋਵੇਗੀ, ਕਦੇ ਕਮੀ ਨਹੀਂ ਆਵੇਗੀ। ਹਾਲਾਂਕਿ ਪਿਛਲੀਆਂ ਸਰਕਾਰਾਂ ਨੂੰ ਘੇਰਿਆ, ਜਿਸ ਤਰੀਕੇ ਨਾਲ ਕੰਮ ਹੋਇਆ ਪੰਜਾਬ 'ਚ ਬਿਜਲੀ ਨੂੰ ਲੈ ਕੇ, ਜਿਵੇਂ ਮਹਿੰਗੀ ਬਿਜਲੀ ਮਿਲਦੀ ਰਹੀ, ਉਹ ਸਾਰੀਆਂ ਚੀਜ਼ਾਂ ਨੂੰ ਉਭਾਰਦੇ ਹੁਣ ਕਿਹਾ ਗਿਆ ਕਿ 1200 ਮੈਗਾਵਾਟ ਦਾ ਸੌਰ ਊਰਜਾ ਜਿਹੜਾ ਬਿਜਲੀ ਸਮਝੌਤਾ ਹੋਇਆ, ਜਿਹਦੇ ਨਾਲ ਤਕਰੀਬਨ
ਆਉਣ ਵਾਲੇ 25 ਸਾਲਾਂ ਤੱਕ 400 ਕਰੋੜ ਤੋਂ ਵੱਧ ਰੁਪਈਆ ਜਿਹੜਾ ਬਚੇਗਾ। ਹਾਲਾਂਕਿ ਇਸ ਦੇ ਨਾਲ ਬਹੁਤ ਸਾਰੇ ਫਾਇਦੇ ਗਿਣਾਏ ਗਏ, ਕਿਸਾਨਾਂ ਦੀ ਗੱਲ ਕੀਤੀ ਗਈ, ਘਰੇਲੂ ਖਪਤਕਾਰਾਂ ਦੀ ਗੱਲ ਕੀਤੀ ਗਈ, ਤਾਂ ਬਿਜਲੀ ਦੀ ਕਮੀ ਨੂੰ ਲੈ ਕੇ ਜੋ ਕਿਤੇ ਨਾ ਕਿਤੇ ਪੰਜਾਬ ਤੇ ਸੰਕਟ ਆਉਣ ਦੀ ਗੱਲ ਹੁੰਦੀ ਹੈ ਉਸ ਨੂੰ ਲੈ ਕੇ ਜ਼ਰੂਰ ਇਹ ਮੁੱਦਾ ਰੱਖਿਆ ਗਿਆ। ਜਾਂ ਅਸੀਂ ਕਹਿ ਦਈਏ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੀ ਕਮੀ ਹੈ ਉਹ ਨਹੀਂ ਹੋਵੇਗੀ। ਇਹ ਪੰਜਾਬ ਸਰਕਾਰ ਦੇ ਦਾਅਵੇ ਨੇ, ਪਰ ਇਹ ਦਾਅਵੇ ਕਿੰਨੇ ਕੁ ਸੱਚੇ ਹੋਣਗੇ ਤੇ 25 ਸਾਲਾਂ ਦੇ ਵਿੱਚ ਜੋ 400 ਕਰੋੜ ਤੋਂ ਵੱਧ ਦੇ ਰੁਪਇਆਂ ਦੀ ਗੱਲ ਕਰਦੇ ਨੇ ਬਚਤ ਦੀ, ਉਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤਾਂ ਖੈਰ ਅਜੇ ਆਉਣ ਵਾਲਾ ਸਮਾਂ ਦੱਸੇਗਾ। ਪਰ ਇਸ ਦੇ ਵਿੱਚ ਜਦੋਂ ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਹੁਣ ਕਿਸੇ ਤਰੀਕੇ ਦੇ ਨਾਲ ਬਿਜਲੀ ਦੀ ਕਮੀ ਨਹੀਂ ਆਵੇਗੀ, ਹਾਲਾਂਕਿ ਸੌਰ ਊਰਜਾ ਦੇ ਨਾਲ ਜਿਹੜਾ ਕਿ ਹੈ ਬਿਜਲੀ ਪੈਦਾ ਕੀਤੀ ਜਾਵੇਗੀ। ਹਾਲਾਂਕਿ ਬਹੁਤ ਸਾਰੇ ਸੂਬੇ ਨੇ ਜਿਹੜੇ ਕਿ ਪਹਿਲਾਂ ਤੋਂ ਇਹ ਕੰਮ ਕਰ ਰਹੇ ਨੇ ਤੇ ਪੰਜਾਬ ਹਜੇ ਇੱਕ ਨਵੀਂ ਪਲਾਂਘ ਪੁੱਟ ਰਿਹਾ ਹੈ। ਉਸ ਪਲਾਂਘ ਦੇ ਵਿੱਚੋਂ ਕੀ ਨਿਕਲੇਗਾ, ਉਸ ਪਲਾਂਘ ਦੇ ਵਿੱਚ ਕਿੰਨੀ ਕੁ ਕਾਮਯਾਬੀ ਮਿਲੇਗੀ, ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਹਜੇ ਇਸ ਬਾਰੇ ਕੀ ਕਹਿਣਾ ਹੈ, ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ। ਇਹ ਮੇਰੇ ਕੋਲ ਇੱਕ ਐਗਰੀਮੈਂਟ ਹੈ, ਇਹ ਕੀਤਾ ਹੋਇਆ ਜੀ ਅਪ੍ਰੈਲ 2007 ਤੋਂ ਮਾਰਚ 2017 ਤੱਕ ਅਕਾਲੀ ਗਵਰਨਮੈਂਟ ਦਾ। ਤੁਸੀਂ ਹੈਰਾਨ ਹੋ ਜਾਓਗੇ ਤੇ ਇਹਦੇ ਜਿਹੜੇ ਰੇਟ ਨੇ ਉਹ 8 ਰੁਪਏ 74 ਪੈਸੇ ਪਰ ਮੈਗਾਵਾਟ ਤੱਕ ਨੇ। ਮੇਰੇ ਕੋਲ ਕੱਲੇ ਉਸ ਦੀ ਲਿਸਟ ਪਈ ਹੈ। 852 ਵੀ ਹੈ, ਕਿਸੇ ਤੋਂ 7 ਰੁਪਏ 67 ਪੈਸੇ ਵੀ ਹੈ। ਜਿਹੜਾ ਹੁਣ ਹੈ ਇਹ 2500 ਮੈਗਾਵਾਟ ਦਾ 2 ਰੁਪਏ 33 ਪੈਸੇ ਤੋਂ 2 ਰੁਪਏ 75 ਦੇ ਵਿੱਚ 2.75 ਹਾਇਰ ਸਾਈਡ ਹੈ, 2.33 ਪੈਸਾ ਲੋਅਰ ਸਾਈਡ ਹੈ। ਸੋ ਅਸੀਂ 25 ਸਾਲ ਵਾਸਤੇ ਕੋਈ ਇਹਦੇ ਚ ਵਾਧਾ ਨਹੀਂ ਹੋਊਗਾ ਕਿ ਸਾਲ ਬਾਅਦ ਇੰਨੇ % ਅਸੀਂ ਰੇਟ ਵਧਾ ਦੇंगे। नो ट्रांसमिशन चार्जेस, नो ट्रांसमिशन लॉस चार्जेस। सो ये जमा पंजाबी च कहने उक्का पुक्का जी, ये कोई बात नहीं होगी। ਸੋ ਕੋਈ ਵਾਧਾ ਨਹੀਂ, 25 ਸਾਲ ਦਾ ਅੰਕੜਾ ਲੈ ਕੇ ਚੱਲੇ ਨੇ। ਹਾਲਾਂਕਿ ਜਿਸ ਤਰੀਕੇ ਦੇ ਨਾਲ ਦਾਅਵੇ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਟੌਤੀ ਯਾਨੀ ਕਿ ਬਿਜਲੀ ਦੇ ਵਿੱਚ ਕਮੀ ਨਹੀਂ ਆਵੇਗੀ, ਬਿਜਲੀ ਦੇ ਵਿੱਚ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਵੇਗੀ। ਪਰ ਇਸ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੀ ਇਹ ਪਹਿਲੀ ਪਲਾਂਘ ਹੋਰ ਕਿੰਨੀ ਅੱਗੇ ਜਾਵੇਗੀ, ਹਾਲਾਂਕਿ ਬਹੁਤ ਸਾਰੇ ਅੰਕੜੇ ਨੇ ਹੋਰਨਾਂ ਸੂਬਿਆਂ ਦੇ, ਤੁਹਾਨੂੰ ਉਹ ਅੰਕੜੇ ਵੀ ਦਿਖਾਉਣੇ ਆ ਕਿ ਜਿਸ ਦੇ ਵਿੱਚ ਕੀ ਸਾਬਤ ਹੁੰਦਾ ਕਿ ਪੰਜਾਬ ਕਿੱਥੇ ਸਟੈਂਡ ਕਰਦਾ। ਜੇਕਰ ਪੰਜਾਬ ਦੀ ਗੱਲ ਕਰ ਲਈ, ਕਿਉਂਕਿ ਪਲਾਂਘ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਵਿੱਚ ਸਬਸਿਡੀਆਂ ਦਾ ਬੋਝ ਬਹੁਤ ਹੈ। ਤਾਂ ਖੇਤੀਬਾੜੀ ਖੇਤਰ ਦੇ ਵਿੱਚ ਸੌਰ ਊਰਜਾ ਕਿੰਨਾ ਕੰਮ ਕਰਦੀ ਹੈ, ਤਾਂ ਖਾਸ ਤੌਰ ਤੇ ਜਦੋਂ ਤੁਹਾਨੂੰ ਸੂਬਿਆਂ ਦੀ ਗੱਲ ਕਰ ਲਈ, ਕਿਸ ਤਰੀਕੇ ਨਾਲ ਸੌਰ ਊਰਜਾ ਦੀ ਖਪਤ ਵਾਲੇ ਸੂਬੇ ਨੇ ਜਿਹੜੇ ਕਿ ਚਾਹੇ ਉਹ ਰਾਜਸਥਾਨ ਹੋਵੇ, ਗੁਜਰਾਤ, ਕਰਨਾਟਕਾ, ਤਾਮਿਲਨਾਡੂ, ਤੇਲੰਗਾਨਾ ਹੋਵੇ, ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿ ਹੈ ਉਹਨਾਂ ਸੂਬਿਆਂ ਦੇ ਵਿੱਚ ਸੌਰ ਊਰਜਾ ਪਹਿਲਾਂ ਤੋਂ ਜਿਹੜੇ ਕਿ ਆ ਵੱਡੀ ਖਪਤ ਉੱਥੇ ਹੋ ਰਹੀ ਹੈ, ਤਾਂ ਉਹ ਜ਼ਰੂਰ ਉਹਨਾਂ ਸੂਬਿਆਂ ਦੇ ਲਈ ਵਰਦਾਨ ਸਾਬਤ ਹੈ। ਲੇਕਿਨ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਉੱਤੇ ਇੱਕ ਵੱਡਾ ਖਜ਼ਾਨੇ ਤੇ ਬੋਝ ਪੈਂਦਾ ਹੈ, ਉਹ ਹੈ ਟਿਊਬਵੈੱਲਾਂ ਦਾ। ਟਿਊਬਵੈੱਲ ਦਾ ਜਿਸ ਤਰੀਕੇ ਦੇ ਨਾਲ ਸਬਸਿਡੀ ਦਿੱਤੀ ਜਾਂਦੀ ਹੈ, ਹਾਲਾਂਕਿ ਉਹ ਆਪਣੇ ਆਪ ਦੇ ਵਿੱਚ ਇੱਕ ਖਜ਼ਾਨੇ ਤੇ ਬੋਝ ਜ਼ਰੂਰ ਹੈ। ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ, ਪਰ ਹੁਣ ਸੌਰ ਊਰਜਾ ਕਿੰਨੀ ਕੁ ਲਾਹੇਵੰਦ ਹੋਵੇਗੀ ਆਉਣ ਵਾਲੇ 25 ਸਾਲਾਂ ਦੇ ਵਿੱਚ ਸੌਰ ਊਰਜਾ ਦੇ ਰਾਹੀਂ ਟਿਊਬਵੈੱਲਾਂ ਦੇ ਵਿੱਚ। ਜੇਕਰ ਅਸੀਂ ਗੱਲ ਕਰ ਲਈਏ ਕਿ ਤਕਰੀਬਨ 13 ਲੱਖ ਤੋਂ ਵੱਧ ਦਾ ਜਿਹੜਾ ਅੰਕੜਾ ਸਾਡੇ ਕੋਲ ਸਾਹਮਣੇ ਆਉਂਦਾ ਆ ਕਿ ਉਹ ਸਾਰੇ ਟਿਊਬਵੈੱਲ ਸੌਰ ਊਰਜਾ ਦੇ ਚੱਲਦੇ ਨੇ, ਤੇ ਜਿਹੜੀ ਸਬਸਿਡੀ ਦਾ 6000 ਕਰੋੜ ਹੈ, ਤਕਰੀਬਨ 6000 ਕਰੋੜ ਹੈ, ਉਹ ਬਚਦਾ ਕਿ ਨਹੀਂ ਬਚਦਾ, ਇਹ ਕਿਸਾਨਾਂ ਦੇ ਲਈ ਕਿੰਨਾ ਕੁ ਲਾਹੇਵੰਦ ਹੋਵੇਗਾ ਉਹ ਜ਼ਰੂਰ ਹੈ। ਪਰ ਇਹ ਸਭ ਦੇ ਵਿੱਚ ਕਿਉਂਕਿ ਜਦੋਂ ਅਸੀਂ ਇਸ ਪੂਰੇ ਮਸਲੇ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਕਿਹੜੇ ਆਉਣਗੇ ਤੇ ਖਾਸ ਤੌਰ ਤੇ ਕਿਵੇਂ ਲਾਹਾ ਮਿਲੇਗਾ, ਕਿੰਨੇ ਜਿਹੜਾ ਕਿ ਰਕਬੇ ਦੀ ਗੱਲ ਹੁੰਦੀ ਹੈ ਉਸ ਦੇ ਵਿੱਚ, ਤੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਗੱਲ ਹੈ ਕਿ ਇਸ ਦੇ ਨਾਲ ਜਿਹੜੀ ਸਬਸਿਡੀ ਦਾ ਬੋਝ ਹੈ ਉਹ ਕਿਵੇਂ ਘਟਦਾ ਆ। ਹਾਲਾਂਕਿ ਬਹੁਤ ਸਾਰੇ ਸਵਾਲ ਵੀ ਇਹਦੇ ਨਾਲ ਪੈਦਾ ਹੁੰਦੇ ਨੇ ਕਿ ਇਸ ਦੇ ਨਾਲ ਜਿਹੜੀ ਅੱਜ ਪੰਜਾਬ ਸਰਕਾਰ ਨੇ ਯੋਜਨਾ ਲਿਆਂਦੀ ਹੈ ਕਿ ਉਹਦੇ ਨਾਲ ਕਿ ਲੰਬੇ ਬਿਜਲੀ ਕੱਟ ਨੇ ਉਹਨਾਂ ਦਾ ਹੱਲ ਹੋ ਜਾਵੇਗਾ, ਕਿਉਂਕਿ ਲੰਬੇ ਬਿਜਲੀ ਕੱਟ ਮਿਲਦੇ ਨੇ, ਕਿਸਾਨਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ, ਘਰੇਲੂ ਖਪਤਕਾਰਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰਾਂ ਵੱਡੇ ਵੱਡੇ ਦਾਅਵੇ ਵਾਅਦੇ ਕਰਦੀਆਂ ਨੇ ਪਰ ਉਹ ਜ਼ਮੀਨੀ ਪੱਧਰ ਤੇ ਕਿਤੇ ਨਾ ਕਿਤੇ ਖਰੇ ਨਹੀਂ ਉਤਰਦੀਆਂ। ਸੋ ਇਹ ਜਿਹੜਾ ਫਾਰਮੂਲਾ ਇਸ ਵਕਤ ਪੰਜਾਬ ਸਰਕਾਰ ਲੈ ਕੇ ਆਈ ਹੈ ਉਹ ਕਿੰਨਾ ਕਾਰਗਰ ਸਾਬਤ ਹੋਵੇਗਾ, ਤੇ ਜਿਹੜੇ ਲੰਬੇ ਕੱਟ ਨੇ ਕਿਉਂਕਿ ਅਸੀਂ ਸਪਲਾਈ ਦੀ ਗੱਲ ਕਰਦੇ ਹਾਂ, ਮੰਗ ਦੀ ਗੱਲ ਕਰਦੇ ਹਾਂ, ਤਾਂ ਉਹਦੇ ਨਾਲ ਕਿ ਸੌਰ ਊਰਜਾ ਦੇ ਨਾਲ ਉਹ ਸਾਰਾ ਕੁਝ ਘਟਾ ਪਾਉਣਗੇ ਕਿ ਉਹ ਜਿਹੜੀ ਸਪਲਾਈ ਹੈ ਉਸ ਨੂੰ ਪੂਰਾ ਕਰ ਪਾਉਣਗੇ, ਮੰਗ ਨੂੰ ਪੂਰਾ ਕਰ ਪਾਉਣਗੇ, ਤੇ ਖਾਸ ਤੌਰ ਤੇ
ਸਮਝੌਤਿਆਂ ਦੀ ਗੱਲ ਕਿ ਇਸ ਵਾਰ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਘੱਟ ਪੈਸਿਆਂ ਤੇ ਸਮਝੌਤਾ ਹੋ ਰਿਹਾ ਆ, ਜਿਹੜੀ ਬਿਜਲੀ ਖਰੀਦੀ ਜਾਵੇਗੀ, ਜਿਹੜੇ ਕਿ ਪਿਛਲੀ ਸਰਕਾਰਾਂ ਦੇ ਕੀਤੇ ਹੋਏ ਸਮਝੌਤੇ ਵੀ ਮੌਜੂਦਾ ਸਰਕਾਰ ਤੇ ਜਾਂ ਆਉਣ ਵਾਲੇ ਸਮੇਂ ਦੇ ਪੰਜਾਬ ਵਾਸੀਆਂ ਤੇ ਬੋਝ ਬਣ ਰਹੇ ਨੇ। ਸੌਰ ਊਰਜਾ ਕਿੰਨੀ ਕੁ ਲਾਹੇਵੰਦ ਹੋਵੇਗੀ, ਕਿ ਹੁਣ ਤੱਕ ਜੋ ਹਾਈਡਰੋ એનર્ਜੀ ਜਿੰਨਾ ਕਾਰਗਰ ਹੋ ਪਾਵੇਗਾ, ਇਹ ਬਹੁਤ ਸਾਰੇ ਸਵਾਲ ਨੇ। ਤੇ ਅੱਜ ਦੇ ਇਸ ਸੰਵਾਦ ਦੇ ਵਿੱਚ, ਅੱਜ ਦੀ ਇਸ ਜੋ ਅਸੀਂ ਦ ਸਪੋਕਸਮੈਨ ਡਿਬੇਟ ਦੀ ਗੱਲ ਕਰ ਰਹੇ ਹਾਂ, ਤਾਂ ਇਹਨਾਂ ਦੇ ਵਿੱਚ ਹੀ ਜਿਹੜਾ ਕਿ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਸਵਾਲਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਬਿਜਲੀ ਦੇ ਨਵੇਂ ਰੇਟਾਂ ਦੇ ਨਾਲ ਜਾਂ ਸੌਰ ਊਰਜਾ ਦੇ ਇਸ ਕਾਰਗਰਤਾ ਦੇ ਨਾਲ, ਤਾਂ ਸੌਰ ਊਰਜਾ ਦੇ ਇਸ ਪ੍ਰੋਜੈਕਟ ਦੇ ਨਾਲ, ਯੋਜਨਾ ਦੇ ਨਾਲ, ਜਾਂ ਇਸ ਸਮਝੌਤੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਨੂੰ ਕਿੰਨਾ ਕੁ ਫਰਕ ਪਵੇਗਾ, ਕਿੰਨਾ ਕੁ ਆਰਥਿਕ ਤੌਰ ਤੇ ਫਰਕ ਪਵੇਗਾ। ਸੋ ਇਸ ਮਸਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਬੱਬੀ ਬਾਦਲ ਨੇ, ਭਾਜਪਾ ਤੋਂ SR ਲੱਦੜ ਜੀ ਨੇ, ਕਾਂਗਰਸ ਤੋਂ ਅਰਸ਼ਦੀਪ ਖੜਿਆਲ ਨੇ, ਤੇ ਵਿਸ਼ੇਸ਼ ਗੱਲ ਹੁੰਦੀ ਸੀ ਕਿਸਾਨਾਂ ਦੀ, ਤਾਂ ਕਿਸਾਨਾਂ ਤੋਂ ਵੀ ਜਿਹੜਾ ਕਿ ਆਗੂ ਨੇ ਮਨਜੀਤ ਰਾਏ ਨੇ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਬੱਬੀ ਜੀ ਤੁਹਾਡੇ ਤੋਂ ਹੀ ਜਿਹੜਾ ਕਿ ਸ਼ੁਰੂਆਤ ਕਰਦੇ ਹਾਂ। ਤੁਹਾਡੀ ਸਰਕਾਰ ਕਹਿੰਦੀ ਹੈ ਕਿ ਪਿਛਲੇ ਸਮਝੌਤੇ ਜਿਹੜਾ ਕਿ ਬੜੇ ਲੁਕਵੇਂ ਸਮਝੌਤੇ ਹੋਏ, ਪਿਛਲੇ ਸਰਕਾਰਾਂ ਨੇ ਸਮਝੌਤੇ ਕੀਤੇ ਤਾਂ ਆਰਥਿਕ ਤੌਰ ਤੇ ਲੋਕਾਂ ਨੂੰ ਬੋਝ ਪਾਇਆ ਗਿਆ, ਪਰ ਸਾਡੇ ਇਸ ਪ੍ਰੋਜੈਕਟ ਨਾਲ, ਇਸ ਸੌਰ ਊਰਜਾ ਸਮਝੌਤੇ ਨਾਲ ਲੋਕਾਂ ਦਾ ਬਹੁਤ ਸਾਰਾ ਪੈਸਾ ਬਚੇਗਾ ਤੇ ਜਿਹੜੀ ਪੂਰੀ ਬਿਜਲੀ ਹੈ ਉਹ ਸਪਲਾਈ ਕਰਾਂਗੇ। ਸੰਭਵਤਾ ਕਿਵੇਂ ਆ? ਸੁਰਖਾਬ ਜੀ, ਮੈਂ ਵਧਾਈ ਦੇਣੀ ਚਾਹੁੰਦਾ ਹੈ ਮੁੱਖ ਮੰਤਰੀ ਜੀ ਨੂੰ ਕਿ ਅੱਜ ਤੋਂ ਪਹਿਲਾਂ ਤਾਂ ਕਿਸੇ ਮੁੱਖ ਮੰਤਰੀ ਨੇ ਇੰਨੇ ਅੰਕੜੇ ਔਰ ਇੰਨੀ ਖੁੱਲ੍ਹ ਕੇ ਗੱਲ ਹੀ ਨਹੀਂ ਸੀ ਰੱਖੀ। ਕਿੰਨੇ ਸਮਝੌਤੇ PPA ਹੋਏ ਹੈ, ਆਪਾਂ ਨੂੰ ਕਦੇ ਕਿਸੇ ਨੇ, ਮੁੱਖ ਮੰਤਰੀ ਨੇ ਦੱਸਿਆ ਵੀ ਕਿੰਨੇ ਰੁਪਏ, ਕਿੰਨੇ ਪੈਸੇ ਸਮਝੌਤਾ ਹੋ ਰਿਹਾ ਹੈ। ਕਿਉਂ ਕਰਕੇ ਬਿਜਲੀ ਵਿੱਚ ਸਦਾ ਹੀ ਬੜਾ ਵੱਡਾ ਓਲਾ ਤੇ ਬੜਾ ਵੱਡਾ ਕਮਿਸ਼ਨਾਂ ਦਾ ਇੱਕ ਦੌਰ ਰਿਹਾ, ਜਦੋਂ 7-7, 8-8 ਰੁਪਏ ਪਰ ਯੂਨਿਟ ਬਿਜਲੀ ਦਾ ਖਰੀਦਿਆ ਗਿਆ। ਮੈਂ ਤੁਹਾਨੂੰ ਇਹ ਦੱਸਦਾ ਕਿ ਸੌਰ ਊਰਜਾ ਜਿਹੜੀ ਸੋਲਰ એનર્ਜੀ ਹੈ, ਸਾਰੀ ਵਰਲਡ ਓਵਰ ਇਹ ਇੱਕ ਬੜਾ ਗ੍ਰੀਨ ਟ੍ਰੈਂਡ ਹੈ, ਕਿਉਂ ਕਰਕੇ ਇਹਦੇ ਨਾਲ ਬਹੁਤ ਘੱਟ ਨੈਚੁਰਲ ਰਿਸੋਰਸਿਸ ਡਿਸਟਰਬ ਹੁੰਦੇ ਹੈ। ਸੋ ਇਸ ਕਰਕੇ ਇਹ ਆਉਣ ਵਾਲਾ ਫਿਊਚਰ ਦੀ એનર્ਜੀ ਹੈ। ਔਰ ਮੁੱਖ ਮੰਤਰੀ ਜੀ ਨੇ ਦੇਖੋ ਕਿੰਨਾ ਉਹਨਾਂ ਨੇ ਸਭ ਤੋਂ ਸਸਤਾ ਅੱਜ ਤੱਕ 2 ਰੁਪਏ 53 ਪੈਸੇ ਪਰ ਯੂਨਿਟ ਜਿਹੜਾ ਆਪਾਂ ਖਰੀਦ ਰਹੇ ਹਾਂ ਉੱਥੋਂ, ਔਰ ਜਿਹੜਾ ਹੁਸ਼ਿਆਰਪੁਰ ਤੋਂ 2 ਰੁਪਏ 75 ਪੈਸੇ। ਸੋ ਮੈਂ ਸਰਕਾਰ ਨੇ ਜਿਹੜਾ ਕੋਈ ਚੰਗਾ ਪੰਜਾਬ ਹਿਤੈਸ਼ੀ, ਕਿਸਾਨ ਹਿਤੈਸ਼ੀ ਕੰਮ ਕੀਤਾ ਹੈ, ਇਹਦੇ ਲਈ ਆਪਾਂ ਨੂੰ ਵਧਾਈ ਵੀ ਦੇਣੀ ਚਾਹੀਦੀ ਹੈ। ਇਹ ਮੈਨੂੰ ਇੱਕ ਗਿਲਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਇੰਨੀ ਮਹਿੰਗੀ ਬਿਜਲੀ ਖਰੀਦੀ, ਹੁਣ ਉਹਨਾਂ ਨੇ ਆਪਣੇ ਕਾਬਲ ਬੁਲਾਰੇ ਭੇਜ ਦਿੱਤੇ ਹੈ। ਮੇਰੇ ਸਾਥੀ ਨੇ, ਬੜੇ ਅੱਛੇ ਬੁਲਾਰੇ ਨੇ, ਉਹ ਹੁਣ ਉਹ ਰਫੂ ਕਰਨ ਵਾਸਤੇ ਆ ਜਾਂਦੇ ਹੈ ਕਿ ਆਪਦੀਆਂ ਗਲਤੀਆਂ ਤੇ ਉਹ ਸ਼ਬਦਾਂ ਦੇ ਹੇਰ-ਫੇਰ ਨਾਲ ਪਰਦਾ ਪਾ ਦਿੰਦੇ ਹੈ। ਜਿਵੇਂ ਕਿ ਕਿਸੇ ਨੇ ਕਿਹਾ ਕਿ ਦਲੀलें तो सब याद रह गई, बहस का मुद्दा ही मैं भूल गया। सो मैं बहस का असल मुद्दा है कि पंजाब दे हित दी गल कौन करदा है, सस्ती बिजली पंजाब दे खपतकारां नूं कौन दे रहा है, 90% बिल माफ किने कीते है। सो मैं इस विच बहुत वड्डा मान महसूस करदा है कि मुख मंत्री जी ने सारी गल खोल के रखती लोकां दे सामने, और इस वास्ते ये भी कहता कि 387 करोड़ रुपया बचूगा पंजाब दे लोकां दा। लेकिन इहदे अंदर 500 करोड़ वो भी ला लो जिहड़ा पिछलियां सरकारां दे मुख मंत्री लै लैंदे सी बैग भर के। सो पंजाब दे लोकां दा 1000 रुपये दे नेड़े फायदा हो गया। 387 ਤਾਂ ਬਚਾਵਾਂਗੇ ਤੇ ਨਾਲੇ ਕੋਈ ਮਾਈ ਦਾ ਲਾਲ ਉਂਗਲ ਨਹੀਂ ਚੱਕ ਸਕਦਾ। ਸਰਕਾਰੀ ਸਤਲੁਜ ਜਲ ਵਿਦਿਊਤ ਨਿਗਮ ਤੋਂ ਬਿਜਲੀ ਖਰੀਦੀ ਹੈ, ਕਿਸੇ ਪ੍ਰਾਈਵੇਟ ਕੰਪਨੀ ਤੋਂ ਨਹੀਂ ਖਰੀਦੀ। ਠੀਕ ਹੈ, ਠੀਕ ਹੈ। ਤੁਸੀਂ ਕਹਿ ਰਹੇ ਹੋ ਕਿ ਇਸ ਵਕਤ ਜਿਹੜੇ ਅੰਕੜੇ ਨੇ ਪਿਛਲੀਆਂ ਸਰਕਾਰਾਂ ਲੁਕੋ ਲੈਂਦੀਆਂ ਸੀ, ਜਦ ਕਿ ਐਤਕੀ ਜਿਹੜੇ ਅੰਕੜੇ ਨੇ ਉਹ ਸਪਸ਼ਟ ਕੀਤੇ ਗਏ ਨੇ। ਪਰ ਜਦੋਂ ਅਸੀਂ ਸਵਾਲ ਕਰਦੇ ਹਾਂ ਕਿ ਹਾਲਾਂਕਿ ਮਹਾਰਾਸ਼ਟਰ, ਰਾਜਸਥਾਨ, ਤੇਲੰਗਾਨਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਸੂਬਿਆਂ ਦੇ ਸਟਰਕਚਰ ਹੋਰ ਨੇ। ਬੇਸ਼ੱਕ ਬਿਜਲੀ ਦੀ ਸਪਲਾਈ ਹੋਰ ਹੈ, ਮੰਗ ਹੋਰ ਹੈ, ਖੇਤੀਬਾੜੀ ਸੈਕਟਰ ਨੂੰ ਵੱਡੇ ਪੱਧਰ ਤੇ ਬਿਜਲੀ ਜਿਹੜੀ ਕਿ ਪੰਜਾਬ ਵੱਲੋਂ ਸਬਸਿਡੀ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ, ਤਾਂ ਇੱਥੇ ਪੰਜਾਬ ਦੇ ਹਾਲਾਤ ਹੋਰ ਨੇ। ਖੜਿਆਲ ਸਾਹਿਬ, ਪਿਛਲੀਆਂ ਸਰਕਾਰਾਂ ਤੇ ਸ਼ਬਦੀ ਹੱਲਾ ਬੋਲਿਆ ਗਿਆ, ਸੌਰ ਊਰਜਾ ਦਾ ਸਮਝੌਤਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਕਾਰਗਰ ਸਾਬਿਤ ਹੋਵੇਗਾ ਪੰਜਾਬ ਲਈ? ਧੰਨਵਾਦ ਸੁਰਖਾਬ ਜੀ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਦਤ ਬਣ ਚੁੱਕੀ ਹੈ ਖੁੱਲ੍ਹੇਆਮ ਸ਼ਰੇਆਮ ਝੂਠ ਬੋਲਣ ਦੀ। ਦੇਖੋ ਐਜ਼ ਆਫ ਨਾਓ ਕਹਿ ਰਹੇ ਹੈ ਕਿ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ,
ਸੁਰਖਾਰ ਜੀ, ਜੇ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ ਪਤਾ ਲੱਗੂਗਾ ਲੋਕਾਂ ਨੂੰ ਨਹੀਂ, ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਰਿਹਾ ਹੈ। ਇਹ ਸਸਤੀ ਬਿਜਲੀ ਤਾਂ ਲੈ ਰਹੇ ਹੈ ਇਸ ਚੀਜ਼ ਕਰਕੇ, ਲੇਕਿਨ ਇਹਦਾ ਬੈਨੀਫਿਟ ਲੋਕਾਂ ਨੂੰ ਪਾਸ ਔਨ ਕਦੋਂ ਕਰਨਗੇ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਜੀ। ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛਦਾ ਹੈ, ਪਹਿਲਾ ਸਵਾਲ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬੈਨੀਫਿਟ ਕਦੋਂ ਤੱਕ ਪਾਸ ਔਨ ਕਰ ਦੂ? ਕਦੋਂ ਬਿਜਲੀ ਸਸਤੀ ਕਰ ਦੋਗੇ ਲੋਕਾਂ ਲਈ? ਕਿਉਂਕਿ ਤੁਸੀਂ ਆਪ ਸਸਤੇ ਭਾਅ ਤੇ ਖਰੀਦੋਗੇ, ਬਹੁਤ ਤੁਸੀਂ ਕਹਿ ਰਹੇ ਹੋ ਵੱਡੀ ਚੀਜ਼ ਹੈ, ਫਿਰ ਲੋਕਾਂ ਨੂੰ ਦਿਓ ਇਹਦਾ ਫਾਇਦਾ। ਪ੍ਰੋਫਿਟ ਪੰਜਾਬ ਦੇ ਲੋਕਾਂ ਤੋਂ ਨਾ ਕਮਾਓ ਵੀ ਸਸਤੀ ਬਿਜਲੀ ਖਰੀਦਾਂਗੇ ਤੇ ਮਹਿੰਗੀ ਵੇਚਾਂਗੇ, ਐਂ ਚੱਲੂਗਾ। ਅਸੀਂ ਲੋਕਾਂ ਨੂੰ ਮੇਕ ਸ਼ੋਰ ਕਰਾਂਗੇ ਇਨਸਾਫ ਵੀ ਮਿਲੇ, ਲੋਕਾਂ ਨੂੰ ਫਾਇਦਾ ਵੀ ਮਿਲੇ, ਕਿਉਂਕਿ ਉਹ ਡਿਜ਼ਰਵ ਕਰਦੇ ਆ, ਟੈਕਸ ਭਰਦੇ ਆ ਉਹ। ਦੂਜਾ ਸਵਾਲ, ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਿੰਨੇ ਰੁਪਏ ਪ੍ਰਤੀ ਯੂਨਿਟ ਬਿਜਲੀ ਦਊਗੀ? ਕਿਉਂਕਿ ਆਪ ਬਹੁਤ ਸਸਤੀ ਖਰੀਦ ਰਹੇ ਹੋ। ਇਹ ਦੋ ਅਹਿਮ ਸਵਾਲ ਆ। ਤੀਜੀ ਗੱਲ, ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਅਸੀਂ 431 ਕਰੋੜ ਰੁਪਇਆ ਬਚਾਵਾਂਗੇ। ਵੈਸੇ ਤਾਂ ਮੈਂ ਬੱਬੀ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਹਾਂ, ਇਹ ਕਹਿੰਦੇ 387 ਕਰੋੜ ਰੁਪਇਆ, ਸਰਕਾਰ ਕਹਿ ਰਹੀ ਹੈ 431 ਕਰੋੜ ਰੁਪਇਆ। ਇਹ ਫਿਗਰ ਬਦਲ ਕਿਉਂ ਰਹੀ ਹੈ ਜੀ? ਕੱਲ 431 ਸੀ, ਅੱਜ ਬੱਬੀ ਬਾਦਲ ਸਾਹਿਬ 387 ਕਹਿ ਰਹੇ। ਫਿਗਰ ਸਹੀ ਵੀ ਹੈ ਕਿ ਬਣੀ ਬਣਾਈ ਫਿਗਰ ਹੈ ਜੋ ਗਲਤੀਆਂ ਹੋ ਰਹੀਆਂ ਇੰਨੀਆਂ ਜ਼ਿਆਦਾ? ਨਹੀਂ ਜੀ, ਨਹੀਂ, ਮੈਂ ਇੱਕ ਮਿੰਟ ਕਾਈਂਡਲੀ ਆਪਦੇ ਟਾਈਮ 'ਚ ਬੋਲ ਲਿਓ। ਸੋ ਗੱਲ ਇਹ ਹੈ ਕਿ ਜੇ ਪੈਸਾ ਬਚਾਉਣਾ ਤੁਹਾਡਾ ਆਬਜੈਕਟਿਵ ਹੈ, ਤੇ ਬਾਦਲ ਸਾਹਿਬ ਇਹ ਗੱਲ ਦੱਸੋ ਕਿ ਅੱਜ ਤੱਕ 1.5 ਸਾਲ ਦੇ ਵਿੱਚ ਐਡਵਰਟਾਈਜ਼ਿੰਗ ਤੇ ਮਾਰਕੀਟਿੰਗ ਤੇ ਤੁਹਾਡੀ ਸਰਕਾਰ ਨੇ 431 ਕਰੋੜ ਤੋਂ ਜ਼ਿਆਦਾ ਖਰਚਿਆ ਹੈ ਜਾਂ 431 ਕਰੋੜ ਤੋਂ ਘੱਟ ਖਰਚਿਆ ਹੈ? ਇਹ ਪੈਸਾ ਬਚਾਉਣ ਵਾਲਾ ਤਰਕ ਬਦਲ ਕਿਉਂ ਜਾਂਦਾ ਹੈ ਜੀ, ਅਕੋਰਡਿੰਗ ਟੂ ਯੋਰ ਕਨਵੀਨੀਅੰਸ? ਅਗਲਾ, ਕਿਉਂਕਿ ਮੈਨੂੰ ਨਾ ਸਰਕਾਰ ਦੀ ਦੋ ਤਿੰਨ ਗੱਲਾਂ ਯਾਦ ਆਉਂਦੀਆਂ ਜਦੋਂ ਪਾਵਰ ਪਰਚੇਜ਼ ਐਗਰੀਮੈਂਟ ਦੀ ਗੱਲ ਕਰਦੇ ਪਏ ਕਿ ਇਹਨਾਂ ਦੀ ਸਰਕਾਰ ਨੇ ਕਿਹਾ ਸੀਗਾ ਵੀ ਕੈਪਟਨ ਸਾਹਿਬ ਦੇ ਘਰੇ ਬਿਜਲੀ ਬੰਦ ਕਰ ਦਾਂਗੇ ਜੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਨਾ ਕੀਤੇ। ਤੇ ਹੁਣ ਇਹ ਦੱਸਣ 1.5 ਸਾਲ ਦੇ ਵਿੱਚ ਕਿੰਨੇ ਪਾਵਰ ਪਰਚੇਜ਼ ਰੱਦ ਕੀਤੇ ਜੀ? ਉਦੋਂ ਤਾਂ ਬੜਾ ਤੁਸੀਂ ਜਦੋਂ ਆਪੋਜੀਸ਼ਨ ਸੀਗੇ ਬਹੁਤ ਤੁਸੀਂ ਸ਼ੋਰ ਮਚਾਉਂਦੇ ਸੀ, ਬਹੁਤ ਰੌਲਾ ਪਾਉਂਦੇ ਸੀਗੇ ਕਿ ਪੀਪੀਏ ਰੱਦ ਹੋਣੇ ਚਾਹੀਦੇ ਹੈ, ਮਾੜੇ ਪੀਪੀਏ ਜੋ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ। ਮੈਨੂੰ ਦੱਸੋ ਬੱਬੀ ਬਾਦਲ ਸਾਹਿਬ, ਇੱਕ ਪੀਪੀਏ ਤੁਹਾਡੀ ਸਰਕਾਰ ਨੇ ਰੱਦ ਕੀਤਾ? ਤੇ ਜੇ ਨਹੀਂ ਕੀਤਾ ਤੇ ਲੋਕਾਂ ਨੂੰ ਝੂਠ ਬੋਲਿਆ ਤਾਂ ਉਹਦੀ ਮਾਫੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਮੰਗੇ। ਅਗਲਾ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਕੀ? ਇਲੈਕਸ਼ਨ ਹੋਏ ਜਲੰਧਰ ਦੇ, ਮੁਕੰਮਲ ਹੋ ਗਏ, ਰਿਜ਼ਲਟ ਆ ਗਿਆ। ਸਰਕਾਰ ਜੀ ਉਦੋਂ ਬਾਅਦ ਰੇਟ ਵਧਾਤਾ ਬਿਜਲੀ ਦਾ ਇਹਨਾਂ ਨੇ। ਜੇ ਵਧਾਉਣੇ ਸੀਗਾ ਰੇਟ ਬਿਜਲੀ ਦਾ ਤੇ ਫਿਰ ਇਲੈਕਸ਼ਨ ਤੋਂ ਪਹਿਲਾਂ ਵਧਾਉਂਦੇ। ਤੁਹਾਨੂੰ ਲੋਕਾਂ ਨੇ ਵਧੀਆ ਤਰੀਕੇ ਨਾਲ ਜਵਾਬ ਵੀ ਦੇਣਾ ਸੀਗਾ। ਜਿਹੜਾ ਹਾਊਸ ਆਫ ਕਾਰਡ ਝੂਠ ਤੇ ਝੂਠੇ ਵਾਅਦੇ ਦੇ ਬੇਸਿਸ ਤੇ ਖੜਾ ਕੀਤਾ ਹੈ ਉਹ ਤੋੜਨਾ ਸੀ ਜਿਵੇਂ ਸੰਜੂ ਟੁੱਟਿਆ ਸੀਗਾ। ਲੇਕਿਨ ਲੋਕਾਂ ਦੇ ਨਾਲ ਉੱਥੇ ਵੀ ਤਰੋ, ਉੱਥੇ ਵੀ ਧੋਖਾ। ਇਲੈਕਸ਼ਨ ਤੋਂ ਬਾਅਦ, ਰਿਜ਼ਲਟ ਤੋਂ ਬਾਅਦ ਇਹਨਾਂ ਨੇ ਵਧਾਏ ਰੇਟ। ਉਹ ਦੱਸਣ ਕਿਉਂ ਐ ਕੀਤਾ? ਅਗਲਾ, PSPCL ਇੱਕ ਬਹੁਤ ਜ਼ਿਆਦਾ ਪ੍ਰੋਫਿਟਿੰਗ, ਬਹੁਤ ਹੀ ਅੱਛਾ ਇੱਕ ਡਿਪਾਰਟਮੈਂਟ ਹੈ ਤੇ PSPCL ਦੇ ਹਾਲਾਤ ਇਹ ਹੋ ਗਏ ਥੋੜੇ ਟਾਈਮ ਪਹਿਲਾਂ ਉਹਨਾਂ ਨੂੰ ਕਰਜ਼ਾ ਲੈਣਾ ਪਿਆ ਆਪਦੇ EMPLOYEES ਨੂੰ ਸੈਲਰੀ ਦੇਣ ਲਈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫ੍ਰੀ ਵੀ ਦੇਣਾ ਹੈ। ਹੁਣ ਫ੍ਰੀ ਵੀ ਕਰਕੇ 20,000 ਕਰੋੜ ਰੁਪਏ ਦਾ ਬਿੱਲ ਬਣਿਆ। 20,000 ਕਰੋੜ ਤੁਸੀਂ ਲਾ ਲਓ ਸਾਹਿਬ। ਤੇ ਉਹ ਤੋਂ ਬਾਅਦ ਵੀ ਕੀ ਪੰਜਾਬ ਦੇ ਲੋਕਾਂ ਨੂੰ ਬੈਨੀਫਿਟ ਹੋ ਰਿਹਾ? ਕਹਿ ਰਹੇ 90%। ਬਾਦਲ ਸਾਹਿਬ, ਇਹ ਰਿਪੋਰਟ ਕਿਹੜੀ ਹੈ 90% ਮਿਲ ਰਹੀ ਹੈ ਫ੍ਰੀ ਲੋਕਾਂ ਨੂੰ? ਇਹ ਕਿਹੜੀ ਰਿਪੋਰਟ ਹੈ? ਜ਼ਰਾ ਨਾਮ ਦੱਸ ਦਿਓ ਸਾਨੂੰ ਤਾਂ ਕਿ ਪਤਾ ਲੱਗੇ, ਕਿਉਂਕਿ ਅਸੀਂ ਤਾਂ ਇਹਦੀ ਰਿਪੋਰਟ ਨਾ ਦੇਖੀਏ ਨਾ ਸੁਣੀਏ, ਲੋਕ ਤਾਂ ਡਰੇ ਬੈਠੇ ਰਹਿੰਦੇ ਆ, ਆਪਦੇ ਮੀਟਰਾਂ ਕੋਲੇ ਮੰਜਾ ਢਾ ਕੇ ਬਹਿ ਜਾਂਦੇ ਆ। ਜਦੋਂ ਨੇੜੇ ਪਹੁੰਚੇ 300 ਦੇ ਵੀ 301 ਨਾ ਹੋ ਜਾਏ, ਸਾਰਾ ਬਿੱਲ ਭਰਨਾ ਪਊਗਾ। ਇਹ ਗਰਮੀਆਂ ਦਾ ਟਾਈਮ ਹੈ, ਏਸੀ ਚੱਲਦੇ, ਠੀਕ ਹੈ। ਅੜਿਆਲ ਸਾਹਿਬ, ਤੁਹਾਡੇ ਬਾਕੀ ਸਾਥੀ ਨੇ, ਲੱਦਰਾ ਸਾਹਿਬ ਨੂੰ ਵੀ ਆਪਾਂ ਇਸ ਮਸਲੇ ਤੇ ਸ਼ਾਮਿਲ ਕਰ ਲਈਏ। ਲੱਦਰਾ ਸਾਹਿਬ, ਤੁਹਾਡਾ ਕੀ ਕਹਿਣਾ ਆ? ਭਾਜਪਾ ਕੀ ਕਹਿੰਦੀ ਹੈ? ਹਾਲਾਂਕਿ ਹੋਰਨਾਂ ਸੂਬਿਆਂ ਵੱਲੋਂ ਅਜਿਹੇ ਪ੍ਰੋਜੈਕਟ ਪਹਿਲਾਂ ਵੀ ਲਿਆਂਦੇ ਗਏ, ਸਮਝੌਤੇ ਕੀਤੇ ਗਏ, ਉਹ ਸੌਰ ਊਰਜਾ ਪੈਦਾ ਕਰ ਰਿਹਾ। ਪੰਜਾਬ ਦੀ ਸਥਿਤੀ ਕੀ ਹੈ? ਪੰਜਾਬ ਦੇ ਵਿੱਚ ਕਿੰਨਾ ਕੁ ਇਹ ਪ੍ਰੋਜੈਕਟ ਮਾਨ ਸਰਕਾਰ ਦੇ ਕਹਿਣ ਮੁਤਾਬਿਕ ਕਾਮਯਾਬ ਹੈ? ਆਪਣਾ ਦੇਖੋ ਜੀ, ਆਪਣਾ ਇੱਕ ਪੰਜਾਬੀ ਦੀ ਕਹਾਵਤ ਹੈ, ਖਾਲੀ ਸ਼ੰਖ ਵਜਾਵੇ ਦੀਪਾ। ਇਹ 1200 ਮੈਗਾਵਾਟ ਦਾ ਪ੍ਰੋਜੈਕਟ ਹੈ ਤੇ ਸਾਡੀ ਕੰਜ਼ੰਪਸ਼ਨ ਕਿੰਨੀ ਹੈ? 15,000 ਮੈਗਾਵਾਟ। ਤੇ ਉਹਦਾ ਕਿੰਨਾ ਹਿੱਸਾ ਬਣਿਆ? ਇਹ ਸਿਰਫ 8%। ਤੇ ਆਪਣੀ ਜਿਹੜੀ 431, ਮੈਂ ਚਲੋ ਮੁੱਖ ਮੰਤਰੀ ਜੀ ਦੀ ਫਿਗਰ ਲੈ ਲੈਣਾ ਕਿ ਸਾਨੂੰ ਬਚੇਗਾ 25 ਸਾਲਾਂ ਦੇ ਵਿੱਚ, ਤੇ 1 ਸਾਲ ਦਾ ਕਿੰਨਾ ਬਣਿਆ? 17 ਕਰੋੜ। ਤੇ ਆਪਣਾ ਇਹ ਕਿਹੜੀਆਂ ਗੱਲਾਂ ਕਰ ਰਹੇ ਹੋ? ਮੁੱਖ ਮੰਤਰੀ ਜੀ ਕਿਹਾ ਇੰਨੇ ਵਿਹਲੇ ਹੈਗੇ ਆ ਕਿ 17 ਕਰੋੜ ਦੇ ਵਾਸਤੇ PC ਕਰਨ, ਪ੍ਰੈਸ ਕਾਨਫਰੰਸ ਕਰਨ। ਤੇ ਕੀਤਾ ਕਿਹਦੇ ਨਾਲ ਹੈ? ਇਹ ਕੀਤਾ ਆ BBMB ਦੇ ਅੰਡਰ ਜਿਹੜੀ SJVL ਸਤਲੁਜ ਜਲ ਵਿਦਯੁਤ ਨਿਗਮ ਦੇ ਨਾਲ।
ਇਹ ਭਾਰਤ ਸਰਕਾਰ ਦਾ ਅਦਾਰਾ ਆ। ਭਾਰਤ ਸਰਕਾਰ ਦੇ ਅਦਾਰੇ ਨੇ ₹2.60 ਪਰ ਯੂਨਿਟ ਕੋਟ ਕੀਤਾ ਤੇ ਇਹਨਾਂ ਨੇ ਕਿਹਾ ਕਿ ਥੋੜਾ ਘੱਟ ਕਰ ਲਓ ਤੇ ਉਹਨਾਂ ਨੇ ਘੱਟ ਕਰ ਲਿਆ, 2.53 ਤੇ ਦੇਤਾ। ਇਹਦੇ ਵਿੱਚ 6 ਪੈਸੇ ਜਿਹੜੇ ਆਪਣਾ ਆਮ ਆਦਮੀ ਪਾਰਟੀ ਨੇ ਬਚਾਏ ਆ, ਉਹਦੇ ਵਾਸਤੇ ਜਿਹੜਾ 17 ਕਰੋੜ ਰੁਪਈਆ ਆਪਣਾ ਬਚਿਆ ਜਾਂ ਬਚਣਾ ਅਜੇ ਤਾਂ, ਪਰ ਉਹਦੇ ਵਾਸਤੇ ਕੀ ਆਪਣਾ ਸੂਬੇ ਦੀ ਲੋੜ ਪੂਰੀ ਹੋ ਜਾਏਗੀ? ਜਿਹੜੀ ਆਪਣੀ ਇੰਡਸਟਰੀ ਹੈ ਉਹਨੂੰ ਅੱਜ ਦੇ ਦਿਨ ਦੇ ਵਿੱਚ ₹11 ਪਰ ਯੂਨਿਟ ਬਿਜਲੀ ਸਪਲਾਈ ਹੋ ਰਹੀ ਹੈ ਔਰ ਬਿਜਲੀ ਦੇ ਰੇਟ ਵੀ ਇਹਨਾਂ ਨੇ ਵਧਾਏ ਆ। ਬਜਟ ਲੈ ਕੇ ਆਂਦਾ ਇਹਨਾਂ ਨੇ ਜ਼ੀਰੋ ਟੈਕਸ ਵਾਲਾ ਤੇ ਜ਼ੀਰੋ, ਉਸ ਤੋਂ ਬਾਅਦ 2 ਵਾਰੀ ਡੀਜ਼ਲ ਤੇ ਪੈਟਰੋਲ ਦੇ ਰੇਟ ਵਧਾਏ ਹੈਗੇ ਆ ਤੇ ਆਪਣੇ ਲੁਕਵੇਂ ਟੈਕਸ ਲਾ ਰਹੇ ਹੈਗੇ ਆ ਔਰ ਐਡਵਰਟਾਈਜ਼ਮੈਂਟ ਦੇ ਉੱਤੇ ਪਤਾ ਨਹੀਂ ਕਿੰਨਾ ਕਿਹਨਾਂ ਨੇ ਟੈਕਸ ਲਾਤਾ। ਇਹ ਆਪਣਾ ਦੇਖੋ, ਬੱਬੀ ਬਾਦਲ ਜੀ ਬਹੁਤ ਹੀ ਸਤਿਕਾਰਯੋਗ ਹੈ, ਪੁਰਾਣੇ ਸਾਡੇ ਤਾਂ ਇਹਨਾਂ ਦੇ ਨਾਲ ਨਿੱਜੀ ਲਿੰਕ ਹੈਗੇ ਆ, ਲੇਕਿਨ ਜਿਹੜਾ ਇੱਕ ਰੇਰਾ ਦਾ ਚੇਅਰਮੈਨ ਕੇਜਰੀਵਾਲ ਨੇ ਭੇਜਿਆ ਇੱਥੇ, ਉਹ ਆਪਣਾ 1149 ਕਰੋੜ ਰੁਪਏ ਦਾ ਕਪਲਾ ਕਰਕੇ ਆਇਆ। ਉਹਦਾ ਨਾਂ ਹੈਗਾ ਸਤਿਆ ਗੋਪਾਲ, ਨਹੀਂ ਤਾਂ ਆਪਣਾ ਇੰਟਰਨੈਟ ਤੋਂ ਕੱਢ ਲਓ ਜੇ ਮੇਰੇ ਤੇ ਕਹਿਣੇ ਦੇ ਵਿੱਚ ਕੋਈ ਦਿੱਕਤ ਹੋਵੇ ਤਾਂ। 1149 ਕਰੋੜ ਰੁਪਏ ਦਾ ਦਿੱਲੀ ਪਾਵਰ ਨਿਗਮ ਨੂੰ ਚੂਨਾ ਲਾ ਕੇ ਆਇਆ ਔਰ ਸਾਡੇ ਚੇਅਰਮੈਨ ਬਣਾਤਾ ਇੱਥੇ ਪੰਜਾਬ ਦਾ ਲੁੱਟਣ ਦੇ ਵਾਸਤੇ। ਸੋ ਆਪਣਾ ਆਮ ਆਦਮੀ ਪਾਰਟੀ ਕਹਿੰਦੀ ਕੁਛ ਹੈ, ਕਰਦੀ ਕੁਛ ਹੈ, ਇਸ਼ਤਿਹਾਰੀ ਸਰਕਾਰ ਹੈ। ਜਿੰਨੇ ਪੈਸੇ ਇਹਨਾਂ ਨੇ 17 ਕਰੋੜ ਬਚਾਣਾ ਆ ਤੇ 37 ਕਰੋੜ 50 ਕਰੋੜ ਰੁਪਈਆ ਤਾਂ ਐਡਵਰਟਾਈਜ਼ਮੈਂਟ ਤੇ ਲਾ ਦੇਣਾ। ਆ ਤੁਸੀਂ ਆਪਣਾ ਜਿਹੜੀ ਆਪਣੀ 에ਅਰਪੋਰਟ ਰੋਡ ਹੈ 10-10 ਫੁੱਟ ਦੇ ਉੱਤੇ ਫਲੈਕਸ ਲੱਗੇ ਹੋਏ ਆ, ਉਹ ਪਤਾ ਨਹੀਂ ਇੱਕ ਫਲੈਕਸ 50,000 ਦਾ ਹੈ ਕਿ 60,000 ਦਾ, 10 ਫੁੱਟ ਤੇ ਤੁਸੀਂ ਆਪਣਾ ਮੇਜਰਮੈਂਟ ਕਰ ਲਓ ਆਪਣਾ ਫੀਤਾ ਲੈ ਕੇ। तो इस करके अपना ये जी अपना करनी ते कथनी आ ये विच फैक्चुअल जी बहुत वड्डा फर्क हैगा। देखो मानयोग मुख्यमंत्री जी ने कहा कि सुखविला के खिलाफ एक्शन लवांगे, किहड़ा एक्शन होया? फिर कहंदे पंजाबी 21 फरवरी तक लागू कर दो नहीं तो एक्शन लवांगे, 21 फरवरी निकल गई। फिर कहंदे चन्नी साहब नूं फॉर्मर सीएम नूं 31 मई तक अपने आप दस दो कि किन्ना घपला होया, किन्ना लैन देन होया, कौन कौन इन्वॉल्व है, नहीं तो एक्शन लवांगे। 31 मई भी चला गया। मुद्दा ते रहिए आप किसानों की भी राय ले लीए कि किसान खुश ने। मनजीत जी सौर ऊर्जा मिलूगी कि सीधे तौर पर गल करांगे कि खेतां चलदियां मोटरां ਉਹਦੇ ਨਾਲ ਖੁਸ਼ਹਾਲ ਹੋ ਪਾਉਣਗੀਆਂ, ਫਸਲਾਂ ਖੁਸ਼ਹਾਲ ਹੋ ਪਾਉਣਗੀਆਂ, ਕੀ ਲੋਡ ਚੱਕਿਆ ਜਾਊਗਾ ਜਾਂ ਕਿਸਾਨਾਂ ਦੇ ਲਈ ਕਿੰਨਾ ਕੁ ਲਾਹੇਵੰਦ ਹੈ ਪ੍ਰੋਜੈਕਟ? देखो सुरखाब जी सौर ऊर्जा तो जी बिजली खरीदी आ अच्छी गल है, सस्ती बिजली मिले पंजाब का फायदा होवे वो चंगी गल है। पर मैं नाल ही ये गल कहांगा कि कुछ दिन पहला तो रौला पै रहा सीगा भी जिहड़े किसानां दे ट्यूबलां ते मीटर ला देने ने ते फिर ਇਹਦਾ ਕੀ ਫਾਇਦਾ ਮਿਲੂਗਾ ਇਹ ਵੀ ਪਹਿਲਾਂ ਪਤਾ ਲੱਗੇ ਨਾ ਵੀ ਕਿਸਾਨਾਂ ਨੂੰ ਨਿਰੰਤਰ ਚਾਲੂ ਰਹੇਗੀ ਫ੍ਰੀ ਕਿ ਨਹੀਂ ਰਹੇਗੀ, ਜਾਂ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਏਗਾ ਫ੍ਰੀ ਲੈਣ ਲਈ। ਸੋ ਇਹ ਅਸੀਂ ਤਾਂ ਤਦ ਮੰਨਾਂਗੇ ਇਹਦਾ ਫਾਇਦਾ ਪੰਜਾਬ ਲਈ ਕਿਸਾਨਾਂ ਲਈ ਹੈਗਾ ਜੇ ਨਿਰੰਤਰ ਬਿਜਲੀ ਜਿੱਦਾਂ ਕਿਹਾ ਮੁੱਖ ਮੰਤਰੀ ਜੀ ਨੇ ਵੀ ਦਿਨ ਦੇ ਟਾਈਮ ਬਿਜਲੀ ਜਿਹੜੀ ਆਏਗੀ ਕਿਸਾਨਾਂ ਵਾਸਤੇ, ਅਗਰ ਦਿਨ ਦੇ ਟਾਈਮ ਚੱਲੇਗੀ ਚੰਗੀ ਗੱਲ ਹੈ ਕਿਉਂਕਿ ਕਿਸਾਨ ਇਸ ਦੇਸ਼ ਦਾ ਨਾਗਰਿਕ ਹੈ। ਹੁੰਦਾ ਕੀ ਹੈ ਉਹਨੂੰ ਬਿਜਲੀ ਤਾਂ ਜ਼ਰੂਰ ਫ੍ਰੀ ਦੇਤੀ ਪਰ ਦਿੰਦੇ ਰਾਤ ਨੂੰ ਤੇ ਫਿਰ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਹਿੰਦਾ ਹਰ ਵੇਲੇ ਮੌਤ ਨਾਲ ਖੇਡਦਾ। ਸੋ ਇਸ ਕਰਕੇ ਉਹਨੂੰ ਵੀ ਇੰਡਸਟਰੀ ਦੀ ਤਰ੍ਹਾਂ ਬਿਜਲੀ ਦਿਨ ਦੇ ਟਾਈਮ ਮਿਲਣੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਫ੍ਰੀ ਮਿਲਦੀ ਰਹੇ ਤੇ ਫਿਰ ਅਸੀਂ ਮੰਨਾਂਗੇ ਵੀ ਠੀਕ ਹੈ ਇੱਕ ਅੱਛਾ ਕਦਮ ਹੈ। ਪਰ ਜਿਹੜੀ ਬਿਜਲੀ ਸਸਤੀ ਚਾਹੇ ਉਹ ਥੋੜੀ, ਜਿਵੇਂ ਲੱਦੜ ਸਾਹਿਬ ਨੇ ਕਿਹਾ ਵੀ 17 ਕਰੋੜ, ਮੈਂ ਕਹਾਂਗਾ ਜੀ 17 ਰੁਪਈਆਂ ਦਾ ਫਾਇਦਾ ਹੋਵੇ, ਪੰਜਾਬ ਲਈ ਫਾਇਦਾ ਹੋਣਾ ਚਾਹੀਦਾ। ਪਰ ਇੱਕ ਗੱਲ ਨਾਲ ਹੀ ਲੱਦੜ ਸਾਹਿਬ ਨੇ ਜਿਹੜੀ ਕਹੀ ਆ ਉਹ ਵੀ ਸੱਚ ਹੈ ਕਿ ਸਾਡੇ ਜਿਹੜੇ ਸੀਐਮ ਸਾਹਿਬ ਹੈ ਉਹਨਾਂ ਨੇ ਮੇਰੇ ਖਿਆਲ ਹੁਣ ਤੇ 500-600 ਕਰੋੜ ਰੁਪਈਆ ਦਾ ਖਰਚ ਦਿੱਤਾ ਹੋਲਡਿੰਗ ਤੇ ਬਾਹਰਲੀਆਂ ਸਟੇਟਾਂ ਜਾ ਕੇ ਵੀ। ਤੇ ਫਿਰ ਜੇਕਰ 431 ਕਰੋੜ 25 ਸਾਲਾਂ 'ਚ ਬਚਾਉਣਾ, 25 ਸਾਲ ਤੱਕ ਕਿਹਦੀ ਸਰਕਾਰ ਰਹਿੰਦੀ ਕਿਹਦੀ ਨਹੀਂ ਰਹਿੰਦੀ, ਪਰ ਇਹਨਾਂ ਨੇ ਆਪਣੀ ਸਰਕਾਰ 'ਚ ਕਿੰਨੇ ਖਰਚ ਦੇਣੇ ਆਪਣੀ ਐਡਵਰਟਾਈਜ਼ ਤੇ, ਉਹ ਬੱਚਤ ਕਿੱਧਰ ਲਾਉਣੀ ਹੈ, ਇਹ ਹੱਲੇ ਕੋਈ ਇਹਦਾ ਮਤਲਬ ਪੱਕਾ ਨਹੀਂ ਕਹਿ ਸਕਦੇ। ਸੋ ਇਸ ਕਰਕੇ ਅਸੀਂ ਤਾਂ ਕਵਾਂਗੇ ਵੀ ਅਸੀਂ ਕੋਈ ਪੋਲੀਟੀਕਲ ਨਹੀਂ ਹੈਗੇ। ਕਿਸਾਨਾਂ ਨੂੰ ਬਿਜਲੀ ਨਿਰੰਤਰ ਫ੍ਰੀ ਮਿਲਣੀ ਚਾਹੀਦੀ ਹੈ, ਦਿਨ ਦੇ ਟਾਈਮ ਮਿਲਣੀ ਚਾਹੀਦੀ ਆ। ਵੈਸੇ ਇੱਕ ਜ਼ਰੂਰ ਹੋਇਆ, ਮੈਂ ਕਿਉਂਕਿ ਮੈਂ ਹਮੇਸ਼ਾ ਸਰਕਾਰਾਂ ਦੇ ਅੰਗੇਜ 'ਚ ਬਹਿਨਾ, ਕਿਉਂਕਿ ਜਦੋਂ ਇਹ ਮਨਮਰਜ਼ੀਆਂ ਕਰਦੇ ਆ ਕਿਸਾਨ ਵਿਰੋਧੀ ਫੈਸਲੇ ਲੈਂਦੇ ਆ, ਜੀ ਸੀਐਮ ਸਾਹਿਬ ਨੇ ਵੀ ਕਹਿ ਦਿੱਤਾ ਸੀ ਇੱਕ ਵਾਰੀ ਪਏ ਹੁਣ ਜਗ੍ਹਾ ਲੱਭਦੇ ਆ ਵਜ੍ਹਾ ਨਹੀਂ ਲੱਭਦੇ, ਤਾਂ ਇਸ ਕਰਕੇ ਸਾਡੇ ਮਨਾਂ 'ਚ ਵੀ ਕੜਤਣ ਆਉਂਦੀ ਹੈ। ਪਰ ਮੈਂ ਗੱਲ ਕਹੂੰਗਾ ਬਿਜਲੀ ਦੇ ਮਸਲੇ 'ਚ ਸਰਕਾਰ ਨੇ ਕੁਝ ਠੀਕ ਪਹਿਲੇ ਸਮੇਂ 'ਚ ਕੀਤਾ, ਜੇ ਹੁਣ ਗਾਹਾਂ ਵੀ ਇਹ ਠੀਕ ਕਰਨਗੇ ਤਾਂ ਉਸ ਕੰਮ 'ਚ ਸਰਕਾਰ ਦੀ
ਅਸੀਂ ਗੁੱਡਵਿਲ ਵੀ ਕਰਾਂਗੇ ਵੀ ਚੰਗਾ ਆ, ਉਹ ਅਸੀਂ ਮਾੜਾ ਨਹੀਂ ਹਰ ਵੇਲੇ ਇੱਕੋ ਹੀ ਨਿੰਦੀ ਜਾਣਾ, ਹਰ ਵੇਲੇ ਸਾਨੂੰ ਇੱਕੋ ਹੀ ਕੰਮ ਹੈ। ਸੋ ਇਹ ਜਿਹੜੀ ਗੱਲ ਹੈ ਇਹ ਮੈਂ ਕਹਾਂਗਾ ਵੀ ਕਲੀਅਰ ਕੱਟ ਹੈ ਕਿ ਭਾਈ ਬਿਜਲੀ ਫ੍ਰੀ ਮਿਲਣੀ ਚਾਹੀਦੀ ਹੈ ਔਰ ਦਿਨੇ ਨਿਰੰਤਰ ਮਿਲਣੀ ਚਾਹੀਦੀ ਹੈ। ਔਰ ਬਿਜਲੀ ਜਿਹੜੀ ਇਹਨਾਂ ਨੇ ਕਿਹਾ ਸੀਗਾ ਮੁੱਖ ਮੰਤਰੀ ਜੀ ਨੇ ਕਿ ਤੁਹਾਨੂੰ ਜਿਹੜੀ ਬਿਜਲੀ ਹੈ ਉਹ 12 ਘੰਟੇ ਘੱਟ ਤੋਂ ਘੱਟ ਦੇਵਾਂਗੇ, ਸੋ ਉਹ ਅਸੀਂ ਸਾਨੂੰ 12 ਘੰਟੇ ਦਿਨ ਦੇ ਟਾਈਮ ਮਿਲੇ, ਅਸੀਂ ਵੀ ਸਵਾਗਤ ਕਰਾਂਗੇ ਇਸ ਗੱਲ ਦਾ ਵੀ ਜੋ ਇਹਨਾਂ ਨੇ ਫੈਸਲਾ ਲਿਆ ਉਹ ਚੰਗੀ ਗੱਲ ਹੈ। ਕਿਤੇ ਨਾ ਕਿਤੇ ਅਸੀਂ ਕਹਿ ਦਈਏ ਕਿ ਕਿਸਾਨ ਥੋੜਾ ਜਿਹਾ ਨਰਮ ਰੁੱਖ ਰੱਖ ਰਹੇ ਨੇ, ਉਹ ਕਹਿੰਦੇ ਵੀ ਠੀਕ ਹੈ ਕੋਈ ਚੰਗਾ ਸਟੈਪ ਲਿਆ, ਪਰ ਇੱਕ ਵੱਡਾ ਸਵਾਲ ਹੈ ਕਿ ਸਸਤੀ ਬਿਜਲੀ ਦੀ ਗੱਲ ਕਰ ਰਹੇ ਹੋ, ਬਹੁਤ ਸਸਤੀ ਰੇਟਾਂ ਦੀ ਬਿਜਲੀ ਦੀ ਗੱਲ ਤੁਹਾਡੀ ਸਰਕਾਰ ਕਰ ਰਹੀ ਹੈ, ਪਰ ਆਮ ਬੰਦੇ ਤੱਕ, ਘਰੇਲੂ ਖਪਤਕਾਰ ਤੱਕ ਸਸਤੀ ਬਿਜਲੀ ਪਹੁੰਚੇਗੀ ਕਦੋਂ? ਵੱਡਾ ਸਵਾਲ ਤਾਂ ਇਹੀ ਹੈ ਨਾ, ਕਦੋਂ ਉਹ ਜਿਹੜਾ ਪੈਸਾ ਚਾਹੇ ਸਾਲ ਦਾ 17 ਕਰੋੜ ਹੀ ਬਣਦਾ ਹੈ, ਉਹ ਕਦੋਂ 17 ਕਰੋੜ ਬਚਣਾ ਸ਼ੁਰੂ ਹੋਊਗਾ? ਸੁਰਖਾਬ ਜੀ, ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਕਿਸਾਨ ਸਾਡੇ ਭਰਾ ਨੇ ਤੇ ਅਸੀਂ ਵੀ ਇਹਨਾਂ ਦਾ ਨਰਮ ਰੁੱਖੀ ਔਰ ਇਹਨਾਂ ਨੇ ਵੀ ਇਹ ਸਾਡਾ ਪਰਿਵਾਰ ਹੈ। ਨੰਬਰ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਹੈ ਕਿ ਪਹਿਲਾਂ ਖੜਿਆਲ ਸਾਹਿਬ ਨੇ ਪੁਆਇੰਟ ਚੱਕੇ 387 ਕਰੋੜ ਰੁਪਇਆ ਸਿਰਫ ਸੁਰਖਾਬ ਜੀ ਇੱਕ ਪ੍ਰੋਜੈਕਟ ਦੀ ਗੱਲ ਕੀਤੀ ਜਿਹੜਾ 2.53 ਪੈਸੇ 4 ਪੈਸੇ ਆਪਾਂ ਨੂੰ ਹੁਸ਼ਿਆਰਪੁਰ ਵਾਲੇ ਚ ਬਚੂਗਾ, ਟੋਟਲ ਬਚੂਗਾ 431। ਠੀਕ ਹੈ। ਹੁਣ ਮੈਂ ਦੂਸਰੀ ਉਹਨਾਂ ਨੇ ਬੇਨਤੀ ਇਹ ਕੀਤੀ ਕਿ ਤੁਸੀਂ ਪੀਪੀਏ ਕੈਨਸਲ ਕਿਉਂ ਨਹੀਂ ਕੀਤੇ? ਬਿਲਕੁਲ। ਖੜਿਆਲ ਸਾਹਿਬ, ਜਿੰਨਾ ਚਿਰ ਆਪਦੇ ਪੈਰਾਂ ਤੇ ਖੜੇ ਨਾ ਹੋਈਏ, ਪਾਵਰ ਦਾ ਕੋਈ ਦੂਜਾ ਸਾਡੇ ਕੋਲੇ ਸੋਰਸ ਨਾ ਹੋਵੇ, ਪਾਵਰ ਦੀ ਬੈਂਕਿੰਗ ਨਾ ਹੋਵੇ, ਬਿਨਾਂ ਬਿਜਲੀ ਤੋਂ ਅਸੀਂ ਕੈਨਸਲ ਕਿੱਦਾਂ ਕਰ ਸਕਦੇ ਹਾਂ? ਉਹਨਾਂ 'ਚ ਇੰਡੈਮਟੀ ਬੌਂਡ ਭਰੇ ਹੋਏ ਆ ਪੁਰਾਣੀਆਂ ਸਰਕਾਰਾਂ ਨੇ। ਸੁਰਖਾਬ ਜੀ, ਐਸੀਆਂ ਸ਼ਰਤਾਂ ਜੇ ਤੁਸੀਂ ਉਹ ਪੀਪੀਏ ਪੜ੍ਹ ਲਓਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਿੰਨਾ ਲੈਣ ਦੇਣ ਹੋਇਆ ਹੋਊਗਾ। ਪਰ ਬੱਬੀ ਜੀ ਇਹ ਗੱਲਾਂ ਤਾਂ ਪਹਿਲਾਂ ਹੁੰਦੀਆਂ ਰਹੀਆਂ ਨਾ, ਵੋਟਾਂ ਤੋਂ ਪਹਿਲਾਂ ਇਹ ਗੱਲਾਂ ਹੁੰਦੀਆਂ ਰਹੀਆਂ। ਤੁਹਾਡੇ ਵਿਧਾਇਕ ਸੀ ਉਦੋਂ, ਤੁਹਾਡੇ ਸੀਨੀਅਰ ਆਗੂ ਇਹ ਕਹਿੰਦੇ ਰਹੇ ਸਾਡੇ ਕੋਲ ਸਾਰਾ ਕੁਝ ਸਾਨੂੰ ਪਤਾ, ਅਸੀਂ ਜਦੇ ਵਿਧਾਨ ਸਭਾ ਜਾ ਕੇ ਕੰਮ ਕਰਵਾ ਸਕਦੇ, ਰੱਦ ਕਰਵਾ ਸਕਦੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਸੀ ਇੱਕ ਵਾਰ ਉਹਨਾਂ ਕੰਪਨੀਆਂ ਨੂੰ ਇਹ ਕਹਿਣ ਦੀ ਕਿ ਤੁਸੀਂ ਰੀਨੈਗੋਸ਼ੀਏਟ ਕਰੋ ਨਹੀਂ ਤਾਂ ਅਸੀਂ ਕੈਨਸਲ ਕਰਾਂਗੇ। ਉਹਨਾਂ ਨੇ ਕਿਹਾ ਜੀ ਅਸੀਂ ਬਿਜਲੀ ਦੇਣੀ ਬੰਦ ਕਰ ਦਾਂਗੇ, ਪੰਜਾਬ ਦੇ ਵਿੱਚ ਹਨੇਰਾ ਛਾ ਜਾਊਗਾ, ਕਿਉਂ ਕਰਕੇ ਪੰਜਾਬ 'ਚ ਬਿਜਲੀ ਹੈ ਨਹੀਂ। ਸਾਡੇ ਅਸੀਂ ਸੋਰਸ ਕਰ ਰਹੇ ਹਾਂ ਬਿਜਲੀ, ਔਰ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਇਹਨਾਂ ਨੇ ਸ਼ਰਤਾਂ ਰੱਖੀਆਂ ਉਹ ਪੀਪੀਏ ਕੈਨਸਲ ਵੀ ਵਿਧਾਨ ਸਭਾ 'ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਵਾਂਗ ਹੀ ਹੋਣਗੇ। ਠੀਕ ਹੈ। ਲੇਕਿਨ ਉਦੋਂ ਤੱਕ ਪਹੁੰਚਣ ਲਈ ਪੰਜਾਬ ਦੇ ਲੋਕਾਂ ਨੂੰ ਤਕਲੀਫ ਨਾ ਆਵੇ, ਇਸ ਕਰਕੇ ਅਸੀਂ ਬਿਜਲੀ ਨੂੰ ਸੋਰਸ ਕਰ ਰਹੇ ਹਾਂ। ਪਰ 1200 ਮੈਗਾਵਾਟ ਦਾ ਬਹੁਤ ਛੋਟਾ ਪ੍ਰੋਜੈਕਟ ਹੈ, ਫਿਰ ਉਸ ਹਿਸਾਬ ਨਾਲ ਕੋਈ ਗੱਲ ਨਹੀਂ ਜੀ ਸੁਰਖਾਬ ਜੀ, ਬਿਜਲੀ ਬਹੁਤ ਅਵੇਲੇਬਲ ਹੈ। ਅਸੀਂ ਜਦੋਂ ਬੰਦੇ ਨੇ ਆ ਕੇ ਸਾਨੂੰ, ਜਿਵੇਂ ਲੱਦੜ ਸਾਹਿਬ ਨੇ ਖੁਦ ਹੀ ਕਿਹਾ ਕਿ ਅਸੀਂ ਕਿਹਾ ਕਿ ਥੋੜੀ ਸਸਤੀ ਦਿਓ, ਉਹਨਾਂ ਨੇ ਕਿਹਾ ਕਿ 260 ਤੋਂ ਅਸੀਂ 253 ਕਰ ਦਿੰਨੇ ਆ, ਤੇ ਜਿਹੜੇ ਪੁਰਾਣੇ ਬੰਦੇ ਸੀ ਉਹ ਕਹਿੰਦੇ ਸੀ ਵੀ 260 ਦੀ ਥਾਂ ਤੇ 275 ਕਰਦੇ, ਸਾਨੂੰ ਦੱਸ ਕੀ ਦੇਗਾ। ਸੋ ਇਸ ਕਰਕੇ ਫਰਕ ਇਮਾਨਦਾਰ ਸਰਕਾਰ ਦਾ ਤੇ ਇਮਾਨਦਾਰ ਨੀਅਤ ਦਾ ਹੈ। ਨੰਬਰ ਦੂਸਰੀ ਬੇਨਤੀ ਹੈ ਕਿ ਇਹਨਾਂ ਨੇ ਸਤਿਆਪਾਲ ਦੀ ਗੱਲ ਕੀਤੀ ਕਿ ਅਸੀਂ ਰੇਡਾ ਦਾ ਚੇਅਰਮੈਨ ਲਾਤਾ। ਮੈਂ ਲੱਦੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਹੈ ਵੀ ਤੁਹਾਡੇ ਕੋਲੇ ਇੰਨੀਆਂ ਏਜੰਸੀਆਂ, ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਤੇ? ਠੀਕ ਹੈ, ਲੱਦੜ ਸਾਹਿਬ ਲੱਦੜ ਸਾਹਿਬ ਜੀ ਜਵਾਬ ਦਿਓ। ਉਹ ਕਹਿੰਦੇ ਸਿੱਧਾ ਚੈਲੰਜ ਕਰ ਰਹੇ ਨੇ ਡਿਬੇਟ ਦੇ ਵਿੱਚ, ਉਹ ਕਹਿੰਦੇ ਤੁਹਾਡੇ ਕੋਲ ਏਜੰਸੀਆਂ ਨੇ, ਤੁਹਾਡੇ ਤੇ ਦੋਸ਼ ਵੀ ਲੱਗਦਾ ਸਰਕਾਰ ਤੇ ਕਿ ਜਿੰਨੀਆਂ ਏਜੰਸੀਆਂ ਨੇ ਉਹ ਵਿਰੋਧੀ ਪਾਰਟੀਆਂ ਲਈ ਵਰਤੀਆਂ ਜਾਂਦੀਆਂ ਨੇ, ਕਾਰਵਾਈ ਕਿਉਂ ਨਹੀਂ ਕੀਤੀ? ਦੇਖੋ ਜੀ, ਸਿਸੋਦੀਆ ਜੀ ਆਪਣਾ ਏਜੰਸੀਆਂ ਦੀ ਮਿਹਰਬਾਨੀ ਕਰਕੇ ਅੰਦਰ ਬੈਠੇ ਆ, ਤੇ ਸਤਿੰਦਰ ਜੈਨ ਵੀ ਮਾਲਿਸ਼ ਕਰਾ ਰਹੇ ਆ ਏਜੰਸੀਆਂ ਦੀ ਵਜ੍ਹਾ ਕਰਕੇ ਕਿ ਇਹ ਕੇਜਰੀਵਾਲ ਨੇ ਭੇਜੇ ਆ। ਤੇ ਜਿਹੜਾ ਆਪਣਾ ਸਤਿਆਪਾਲ ਗੋਪਾਲ ਜਿਹੜਾ ਹੈਗਾ 1988 ਬੈਚ ਦਾ, ਇਹਨੂੰ ਵੀ ਚਾਰਜ ਸ਼ੀਟ ਕਰ ਦਿੱਤਾ ਹੈਗਾ ਆ। ਤੇ ਆਪਣਾ ਕੇਜਰੀਵਾਲ ਜੀ ਦਾ ਚਾਹੁੰਦੇ ਸੀਗੇ ਕਿ ਕੋਈ ਆਪਣਾ ਜਿਹੜਾ ਅਫਸਰ ਹੈ ਉਹਦੇ ਗ੍ਰਿਪ ਤੋਂ ਬਾਹਰ ਹੀ ਨਾ ਜਾਵੇ, ਤੇ ਉਹ ਪਾਰਲੀਮੈਂਟ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਐਕਟ ਲਿਆਉਣਾ ਪਿਆ ਕਿ ਤੁਹਾਨੂੰ ਲੁੱਟਣ ਵਾਸਤੇ ਨਹੀਂ ਆਪਣਾ ਦਿੱਤਾ ਜਾ ਸਕਦਾ ਆਪਣਾ ਸਟੇਟ। ਇਸ ਕਰਕੇ ਆਪਣਾ ਬੱਬੀ ਬਾਦਲ ਜੀ ਥੋੜੀ ਵੇਟ ਕਰੋ, ਤੁਹਾਨੂੰ ਆਪਣਾ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਅਫਸਰ ਭੇਜੇ ਆ, ਚਾਹੇ ਉਹ ਕੋਈ ਹੋਰ ਹੈ, ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਸਮੇਂ ਤੋਂ ਪਹਿਲਾਂ ਗੱਲ ਕਰਨੀ ਚੰਗੀ ਨਹੀਂ ਹੁੰਦੀ, ਉਹ ਸਾਰੇ ਹੀ ਆਪਣਾ ਰਡਾਰ ਤੇ ਆ, ਲੇਕਿਨ ਉਹਨਾਂ ਦੇ ਉੱਤੇ ਐਕਸ਼ਨ ਹੋਏਗਾ ਜਿਹੜੇ ਦੋਸ਼ੀ ਪਾਏ ਜਾਣਗੇ। ਇਸ ਕਰਕੇ ਆਪਣਾ ਸਤਿਆ ਗੋਪਾਲ ਜਿਹੜਾ ਹੈਗਾ ਆ, ਇਹ ਜੇ ਅੱਜ ਚੈਨਲ ਤੇ ਤੁਹਾਡਾ ਦੇਖ ਰਿਹਾ ਹੈਗਾ ਜਾਂ ਤੁਸੀਂ ਉਹਨਾਂ ਨੂੰ ਦੱਸ ਦੇਣਾ ਹੈਗਾ ਕਿ ਇਹ ਬਿਲਕੁਲ ਉਹਦੇ ਖਿਲਾਫ 100% ਐਕਸ਼ਨ ਹੋਏਗਾ, ਤੁਸੀਂ ਬੇਪਰਵਾਹ ਹੋ ਜਾਓ। ਠੀਕ ਹੈ, ਚੇਤਾਵਨੀ ਸਿੱਧੇ ਤੌਰ ਤੇ ਦਿੱਤੀ ਗਈ ਹੈ। ਪਰ ਖੜਿਆਲ ਸਾਹਿਬ, ਗੱਲ ਤਾਂ ਬਿਜਲੀ ਦੇ ਮੁੱਦੇ ਦੀ ਆ। ਹੁਣ ਜੇਕਰ ਅਸੀਂ ਬਿਜਲੀ ਦੀ ਗੱਲ ਕਰ ਲਈਏ, ਜਿਸ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਪੁਰਾਣੀਆਂ ਸਰਕਾਰਾਂ ਦੇ ਕੀਤੇ ਹੋਏ ਪ੍ਰੋਜੈਕਟ ਜਾਂ ਸਮਝੌਤੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਲਈ ਭਾਰੂ ਆ, ਤਾਂ ਜਿਹੜੀ ਖਪਤ ਹੈ ਉਹਦੀ ਹਜੇ ਸ਼ੁਰੂਆਤ ਕਰ ਲਈ ਹੈ। ਉਹ ਕਹਿੰਦੇ
ਕੀ ਲੱਗਦਾ ਸ਼ੁਰੂਆਤ ਠੀਕ ਹੈ ਵੀ ਹੌਲੀ ਹੌਲੀ ਪੰਜਾਬ ਨੂੰ ਸਮਰੱਥ ਕਰ ਲਾਂਗੇ, ਉਸ ਤੋਂ ਬਾਅਦ ਜਿਹੜੇ ਸਮਝੌਤੇ ਉਹ ਵੀ ਤੋੜ ਲਾਂਗੇ? ਧੰਨਵਾਦ ਜੀ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋਹਰੇ ਮਾਪਦੰਡ ਅੱਜ ਜੱਗ ਜ਼ਾਹਿਰ ਹੋ ਗਏ। ਇੱਕ ਪਾਸੇ ਕਹਿ ਰਹੇ ਹੈ ਇੰਡੈਮਨਿਟੀ ਬੌਂਡ ਭਰੀ ਹੋਈ ਹੈ ਜੀ, ਅਸੀਂ ਰੱਦ ਕਰ ਨਹੀਂ ਸਕਦੇ ਜੀ, ਆਹ ਹੋ ਜਾਊਗਾ ਜੀ, ਉਹ ਹੋ ਜਾਊਗਾ ਜੀ। ਫਿਰ ਜੇ ਕਰ ਨਹੀਂ ਸਕਦੇ, ਤੁਹਾਨੂੰ ਪਤਾ ਹੈ, ਫਿਰ ਐਡਾ ਵੱਡਾ ਵਾਅਦਾ ਕਿਉਂ ਕੀਤਾ? ਗੱਲ ਤਾਂ ਇਹ ਹੈ ਨਾ, ਕਰਾਂਗੇ ਪਤਾ ਹੋਣ ਦੇ ਬਾਵਜੂਦ, ਇਸ ਚੀਜ਼ ਨੂੰ ਤੁਸੀਂ ਜਾਣਨ ਦੇ ਬਾਵਜੂਦ ਸਿਰਫ ਔਰ ਸਿਰਫ ਵਿਰੋਧ ਕਰਨ ਲਈ, ਸਿਰਫ ਔਰ ਸਿਰਫ ਖਾਨਾ ਪੂਰਤੀ ਕਰਨ ਦੇ ਲਈ ਤੁਸੀਂ ਇਹਨੂੰ ਮੁੱਦਾ ਬਣਾਇਆ। ਅਸੀਂ ਜਦੋਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀਗੇ, ਨਾ ਜੀ ਨਾ, ਇਹ ਤਾਂ ਗਲਤ ਕਹਿ ਰਹੇ ਹੈ, ਅਸੀਂ ਕਰਕੇ ਦਿਖਾਵਾਂਗੇ, ਤੇ ਜੇ ਨਾ ਕੈਪਟਨ ਸਾਹਿਬ ਨੇ ਕੀਤੀ, ਤੁਹਾਡੇ ਘਰੇ ਬਿਜਲੀ ਨਹੀਂ ਆਉਣ ਦੇਵਾਂਗੇ। ਫਿਰ ਹੁਣ ਇਹ ਤਾਂ ਦੱਸੋ ਵੀ ਜੇ ਤੁਸੀਂ ਆਪ ਐਡਾ ਵੱਡਾ ਥ੍ਰੈਟ ਜਾਰੀ ਕਰ ਰਹੇ ਸੀਗੇ ਤੇ ਤੁਹਾਨੂੰ ਪਤਾ ਸੀਗਾ ਕਿ ਹੋ ਹੀ ਨਹੀਂ ਸਕਦਾ ਇੰਡੈਮਨਿਟੀ ਬੌਂਡ ਕਰਕੇ, ਫਿਰ ਐਡੇ ਦਾਅਵੇ ਕੀਤੇ ਕਿਉਂ? ਇੱਥੋਂ ਪਤਾ ਲੱਗਦਾ ਦੋਹਰੇ ਮਾਪਦੰਡ ਦਾ ਤੇ ਪੋਲਿਟਿਕਸ ਦਾ। ਦੂਜੀ ਗੱਲ ਮੈਂ ਸਪਸ਼ਟ ਕਰਦਾ ਕਿ ਦੇਖੋ, ਇਹਨਾਂ ਨੇ ਕਾਂਗਰਸ ਪਾਰਟੀ ਨੂੰ ਸਵਾਲ ਕੀਤੇ, ਸਾਡੇ ਵਾਲੇ ਨਾ 100 ਯੂਨਿਟ ਤੱਕ 1 ਰੁਪਏ 19 ਪੈਸੇ ਪ੍ਰਤੀ ਯੂਨਿਟ ਦਾ ਰੇਟ ਸੀਗਾ, ਪਹਿਲਾਂ ਹੁੰਦਾ ਸੀਗਾ 4.19 ਰੁਪਏ ਪੈਸੇ ਪ੍ਰਤੀ ਯੂਨਿਟ। ਦੂਜਾ 100 ਤੋਂ 300 ਯੂਨਿਟ ਦੇ ਵਿੱਚ ਸੀਗਾ 4 ਰੁਪਏ ਪ੍ਰਤੀ ਯੂਨਿਟ, ਤੇ ਪਹਿਲਾਂ ਹੁੰਦਾ ਸੀਗਾ 7 ਰੁਪਏ ਪ੍ਰਤੀ ਯੂਨਿਟ। ਤੀਜਾ 300 ਯੂਨਿਟ ਪਲੱਸ 5.76 ਪੈਸੇ ਪ੍ਰਤੀ ਯੂਨਿਟ, ਪਹਿਲਾਂ ਹੁੰਦਾ ਸੀਗਾ 8.76 ਪੈਸੇ ਪ੍ਰਤੀ ਯੂਨਿਟ। ਸੋ ਅਸੀਂ ਲੋਕਾਂ ਨੂੰ ਫਾਇਦਾ ਦਿੱਤਾ, ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੀ ਹੈ। ਟਾਈਮਿੰਗ ਦੇਖ ਕੇ ਇਲੈਕਸ਼ਨ ਮੁੱਕ ਗਿਆ, ਚਲੋ ਜੀ ਰੇਟ ਵਧਾ ਦਿਓ। ਅਗਲਾ ਇਹ ਹੈ ਕਿ ਤੁਸੀਂ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਇੰਨੀ ਗੱਲ ਦੱਸੇ ਕਿ ਤੁਸੀਂ ਜਦੋਂ ਏਡੇ ਵੱਡੇ ਵੱਡੇ ਬਿੱਲ ਭਰਦੇ ਹੋ, ਜਿਹੜਾ ਫ੍ਰੀ ਵੀ ਕਰਕੇ, ਤੇ ਇਹ ਬਿੱਲ ਦਾ ਜਿਹੜਾ ਬੋਝ ਹੈ ਇਹ ਖਜ਼ਾਨੇ ਨੂੰ ਝੱਲਣਾ ਪੈਂਦਾ। ਓਬਵੀਅਸ ਦੀ ਗੱਲ ਹੈ, ਸਾਡੇ ਤੇ ਕਰਜ਼ਾ ਵੀ ਹੈ, ਫਿਰ ਤੁਸੀਂ ਐਡ ਤੇ ਵੀ ਪੈਸਾ ਖਰਚਣਾ ਹੈ, ਹੋਰ ਵੀ ਤੁਹਾਡੇ ਖਰਚੇ ਹੈ, ਜਹਾਜ਼ ਵੀ ਉੱਡਣਾ ਆਪਣਾ। ਉਹ ਚਾਹੇ ਪੰਜਾਬ ਦੇ ਨਾਲ ਕੋਈ ਰਿਲੇਟਡ ਕੰਮ ਨਹੀਂ ਹੈ, ਲੇਕਿਨ ਉੱਡਦਾ ਬਹੁਤ ਹੈ ਪੰਜਾਬ ਦਾ ਜਹਾਜ਼, ਉਹ ਤੁਹਾਨੂੰ ਵੀ ਪਤਾ ਕਿਉਂ। ਸੋ ਇਹ ਜੇ ਹਾਲਾਤਾਂ ਦੇ ਵਿੱਚ ਬਾਦਲ ਸਾਹਿਬ, ਕੀ ਇਹ ਮਾਡਲ ਤੁਹਾਡਾ ਸਸਟੇਨੇਬਲ ਹੈ ਬਿਜਲੀ ਦਾ? ਕੀ ਤੁਸੀਂ ਇਹ 5 ਸਾਲ ਦੇ ਸਕੋਗੇ? 20,000 ਕਰੋੜ ਰੁਪਇਆ, 20,000 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ, ਬਹੁਤ ਵੱਡੀ। ਤੇ ਕੀ ਇਹ ਹਰੇਕ ਸਾਲ ਭਰ ਸਕੋਗੇ? ਤੇ ਜੇ ਨਹੀਂ ਭਰ ਸਕੇ ਤੇ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਜ਼ਾ ਲੈ ਕੇ ਵਧਾ ਕੇ ਤੇ ਉਹ ਤੋਂ ਬਾਅਦ ਆ ਚੀਜ਼ ਕਰੂਗੀ? ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਪਤਾ ਹੈ ਕਿ ਜੋ ਇਹ ਚੀਜ਼ਾਂ ਕਹਿੰਦੇ ਆ ਕਰਦੇ ਉਹ ਸਸਟੇਨੇਬਲ ਨਹੀਂ, ਇਹਨਾਂ ਦੇ ਦਾਅਵੇ ਬਹੁਤ ਵੱਡੇ ਹੁੰਦੇ ਆ ਜੀ। ਠੀਕ ਹੈ ਬੱਬੀ ਜੀ ਸਿੱਧਾ ਤੌਰ ਤੇ ਕਿਹਾ ਕਿ ਦਾਅਵੇ ਵੱਡੇ ਨੇ, ਸਥਾਈ ਰੂਪ ਦੇ ਵਿੱਚ ਕੰਮ ਕਰਨਗੇ ਕਿ ਨਹੀਂ ਕਰਨਗੇ? ਬਿਲਕੁਲ ਵੱਡਾ ਸਵਾਲ ਹੈ। ਤੁਸੀਂ ਦਾਅਵੇ ਕਰ ਦਿੰਦੇ ਹੋ, ਪਰ ਜਿਹੜੀ ਤੁਹਾਡੇ ਸਬਸਿਡੀਆਂ ਨੇ ਉਹ ਖਜ਼ਾਨੇ ਦੇ ਬੋਝ ਤਾਂ ਹੈ ਨਾ। ਸੁਰਖਾਬ ਜੀ, ਖਜ਼ਾਨਾ ਕਾਹਦੇ ਲਈ ਹੁੰਦਾ ਹੈ? ਜੇ ਲੋਕਾਂ ਤੇ ਨਹੀਂ ਖਰਚਣਾ, ਹੋਰ ਖਜ਼ਾਨਾ ਅਸੀਂ ਜੇਬਾਂ 'ਚ ਥੋੜਾ ਪਾਉਣਾ ਹੈ। ਮੈਂ ਬੇਨਤੀ ਇਹ ਕਰਦਾ ਹਾਂ, 6,000 ਕਰੋੜ ਰੁਪਈਆ ਹਰ 6 ਮਹੀਨਿਆਂ ਬਾਅਦ ਦਿੰਨੇ ਆ ਬਿਜਲੀ ਬੋਰਡ ਨੂੰ ਸਬਸਿਡੀ, ਔਰ ਡਿਫਾਲਟ ਨਹੀਂ ਕੀਤਾ ਉਹਦੇ ਤੇ। ਦੂਜੀ ਗੱਲ ਇਹ ਕਹਿੰਦੇ ਆ ਕਿ ਤੁਸੀਂ ਇਸ਼ਤਿਹਾਰ ਦਿੰਨੇ ਹੋ ਵੱਡੇ ਵੱਡੇ। ਖਡਿਆਲ ਜੀ, ਇਸ਼ਤਿਹਾਰ ਦੇਣ ਦਾ ਫਾਇਦਾ ਕੀ ਹੋਇਆ ਜਦੋਂ ਤੁਹਾਨੂੰ ਪਤਾ ਹੀ ਨਹੀਂ ਵੀ 90% ਲੋਕਾਂ ਨੂੰ ਫ੍ਰੀ ਬਿਜਲੀ ਜਾ ਰਹੀ ਹੈ? ਜਦੋਂ 90% ਹਾਊਸ ਹੋਲਡਸ ਆਰ ਗੈਟਿੰਗ ਪਾਵਰ ਬਿੱਲ 0। ਮੈਂ ਉਹਨਾਂ ਨੇ ਵੀ ਦੇਖੋ ਤੁਸੀਂ ਕਿੰਨੀ ਫਿਕਰ ਰਹਿੰਦੀ ਹੈ ਇਹਨਾਂ ਨੂੰ, 300 ਯੂਨਿਟ ਤੋਂ ਵੱਧ ਵਰਤਣ ਵਾਲਿਆਂ ਦੀ ਕਿੰਨੀ ਫਿਕਰ ਰਹਿੰਦੀ ਹੈ ਇੰਡਸਟਰੀ ਇਹਨਾਂ ਨੂੰ, ਕਿ ਇੰਡਸਟਰੀ ਨੂੰ ਕਦੋਂ ਰੇਟ ਘਟਾ ਰਹੇ ਹੋ? ਜਿਹੜਾ 90% ਪੰਜਾਬ ਨੂੰ ਫ੍ਰੀ ਮਿਲ ਰਹੀ ਹੈ ਉਹਦਾ ਨਹੀਂ ਇਹਨਾਂ ਨੂੰ ਖਿਆਲ। ਰਿਪੋਰਟ ਦਾ ਨਾਮ ਕੀ ਹੈ? ਲੇਕਿਨ ਜਿਹੜਾ ਤੁਸੀਂ 90% ਖਿਆਲ ਕਹਿ ਰਹੇ ਹੋ, ਪਰ ਕਿਸਾਨ ਆਗੂ ਨਾਲ ਨੇ ਮਨਜੀਤ ਸਿੰਘ ਰਾਇਓ ਕਹਿ ਰਹੇ ਨੇ, ਉਹ ਹਜੇ ਵੀ ਉਮੀਦਾਂ ਹੀ ਕਰ ਰਹੇ ਨੇ ਕਿ ਸਾਨੂੰ ਇਹ ਮਿਲਦੀ ਰਵੇ। ਮਨਜੀਤ ਜੀ, ਸਰਕਾਰ ਨੇ ਤੁਸੀਂ ਹਾਲਾਂਕਿ ਪੁਲ ਬੰਨੇ ਨੇ, ਤੁਸੀਂ ਇਹ ਗੱਲ ਕਹੀ ਹੈ ਕਿ ਸਾਨੂੰ ਠੀਕ ਹੈ ਕਿਤੇ ਨਾ ਕਿਤੇ ਫਾਇਦਾ ਹੋਇਆ, ਪਰ ਕੀ ਜਿਹੜੀ ਉਮੀਦ ਰੱਖ ਰਹੇ ਹੋ ਉਹ ਤੇ ਆਪਦੀ ਉਮੀਦ ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਕਿ ਸਰਕਾਰ ਲੰਮੇ ਸਮੇਂ ਕੰਮ ਚਲਾ ਲੂਗੀ? ਉਹ ਰਿਪੋਰਟ ਦਾ ਨਾਮ ਤਾਂ ਦੱਸ ਦਿਓ ਬਾਅਦ। ਖੜਿਆਲ ਜੀ ਇੱਕ ਮਿੰਟ, ਖੜਿਆਲ ਜੀ ਬੇਨਤੀ ਆ, ਖੜਿਆਲ ਜੀ ਤੁਹਾਡਾ ਸਵਾਲ ਲੈਣੇ ਬਾਅਦ ਚ, ਪਹਿਲਾਂ ਮਨਜੀਤ ਜੀ ਤੋਂ ਪੁੱਛ ਲਈਏ। ਜੀ ਮਨਜੀਤ ਜੀ, ਮੈਂ ਸੁਰਖਾਬ ਜੀ, ਇੱਕ ਜ਼ਰੂਰ ਹੈ ਕਿ ਸਰਕਾਰ ਨੇ ਹੁਣ ਤੱਕ ਜੋ ਕਿਹਾ ਉਹ ਕੀਤਾ ਤਾਂ ਕੁਝ ਨਹੀਂ ਪੂਰਾ। ਇਹਨਾਂ ਨੇ ਕਿਹਾ ਸੀ ਕਣਕ ਦਾ ਪਹਿਲੀ ਦਾ ਮੁਆਵਜ਼ਾ ਦੇਵਾਂਗੇ, ਉਹ ਨਹੀਂ ਦਿੱਤਾ। ਗੁਲਾਬੀ ਸੁੰਡੀ ਦਾ ਉਹ ਨਹੀਂ ਦਿੱਤਾ, ਮੁੜ ਕੇ ਗੜੇਮਾਰੀ ਦਾ ਉਹ ਨਹੀਂ ਦਿੱਤਾ। ਸੋ ਇਹ ਸਰਕਾਰ ਕਹਿੰਦੀ ਤਾਂ ਕੁਛ ਹੈ, ਕਰਦੀ ਕੁਛ ਹੈ, ਭਰੋਸੇ ਵਾਲੀ ਗੱਲ ਤਾਂ ਹੈ ਨਹੀਂ ਬਿਲਕੁਲ। ਪਰ ਇੱਕ ਜ਼ਰੂਰ ਹੈ ਵੀ ਮੈਂ ਇਹ ਗੱਲ ਕਹਾਂਗਾ, ਮੈਂ ਤਾਦ ਕਹਿ ਰਿਹਾ ਕਿ ਪੰਜਾਬ ਦਾ ਭਲਾ ਹੋਣਾ ਚਾਹੀਦਾ। ਜੇ ਕੋਈ ਸਸਤਾ ਕਿਤੇ ਸਮਝੌਤਾ ਹੋਇਆ, ਅਸੀਂ ਜ਼ਰੂਰੀ ਨਹੀਂ ਵੀ ਹਰ ਵੇਲੇ ਵਿਰੋਧ 'ਚ ਬੋਲਣਾ, ਉੱਥੇ ਮੈਂ ਚੰਗਾ ਕਹਾਂਗਾ। ਹੋਰ ਸਮਝੌਤੇ ਵੀ ਪੰਜਾਬ ਦੇ ਫਾਇਦੇ ਦੇ ਹੋਣਗੇ, ਉਹਨੂੰ ਚੰਗਾ ਕਹਾਂਗੇ। ਪਰ ਕਿਸਾਨਾਂ ਲਈ ਅਸੀਂ ਫਿਕਰਮੰਦ ਹਾਂ। ਨਹੀਂ ਪਿੱਛੇ ਇੱਕ
ਟੀਮ ਬਣਾਈ ਸੀਗੀ 11 ਮੈਂਬਰੀ, ਔਰ ਉਹਦੇ ਵਿੱਚ ਇਹਨਾਂ ਨੇ ਕਿਹਾ ਬਈ ਕਿਸਾਨਾਂ ਦੀ ਸਬਸਿਡੀ ਬੰਦ ਕਰੋ, ਛੋਟੇ ਕਿਸਾਨ ਵੱਡੇ ਕਿਸਾਨਾਂ ਨੂੰ ਵੰਡ ਕੇ ਉਹਨਾਂ ਦੇ ਵੀ ਮੀਟਰ ਲਾਓ, 300 ਯੂਨਿਟ ਉਹਨਾਂ ਦਾ ਉੱਤੋਂ ਉੱਪਰ ਬਿੱਲ ਲਾਓ। ਇਦਾਂ ਦੀ ਕਹਾਣੀ ਕੁਝ ਚੱਲ ਰਹੀ ਹੈ। ਸਰਕਾਰ ਦਾ ਭਰੋਸਾ ਕੋਈ ਨਹੀਂ, ਪਰ ਅਸੀਂ ਇਹਨਾਂ ਨੂੰ ਇਹ ਆਗਾਹ ਕਰ ਦੇਣਾ ਚਾਹੁੰਦੇ ਆ, ਅਸੀਂ ਤਦ ਮੰਨਾਂਗੇ ਵੀ ਤੁਸੀਂ ਪੰਜਾਬ ਦਾ ਭਲਾ ਕਰ ਰਹੇ ਹੋ ਜੇ ਜਿਹੜੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਉਹਨੂੰ ਨਿਰੰਤਰ ਚਲਾਓ। ਔਰ ਸੈਕੰਡ, ਇਹ ਗੱਲਾਂ ਨਾ ਕਰੋ ਵੰਡੀਆਂ ਪਾਉਣ ਵਾਲੀਆਂ। ਕੋਈ ਛੋਟਾ ਵੱਡਾ ਇਸ ਲਈ ਜਿੱਡਾ ਵੱਡਾ ਕਿਸਾਨ ਓਡਾ ਉਹ ਕਰਜ਼ੇ ਹੇਠ ਠੀਕ ਹੈ। ਹੈ। ਸੋ ਕਿਸਾਨਾਂ ਨੂੰ ਬਿਜਲੀ ਨਿਰੰਤਰ ਫ੍ਰੀ ਮਿਲਣੀ ਚਾਹੀਦੀ ਹੈ। ਠੀਕ ਹੈ, ਔਰ ਠੀਕ ਹੈ। ਸੈਕੰਡ ਜਿਹੜੀ ਗੱਲ ਹੈ ਲੱਦੜ ਸਾਹਿਬ ਜੀ ਮਨਜੀਤ ਜੀ, ਲੱਦੜ ਸਾਹਿਬ ਉਹ ਕਹਿੰਦੇ ਨੇ ਕਿ ਕਿਸਾਨਾਂ ਵਾਲੀ ਗੱਲ ਹੋ ਰਹੀ ਸੀ, ਪਰ ਜਿਸ ਤਰੀਕੇ ਦੇ ਨਾਲ ਖੜਿਆਲ ਸਾਹਿਬ ਸਵਾਲ ਚੱਕ ਰਹੇ ਨੇ ਸਰਕਾਰ ਤੇ, ਜਾਂ ਤੁਹਾਨੂੰ ਉਹ ਕਿਹਾ ਜਾ ਰਿਹਾ ਹੈ ਕਿ ਅਸੀਂ ਆਪਦੇ ਤੌਰ ਤੇ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਸਮਰੱਥ ਕਰਨ ਦੀ ਗੱਲ ਹੈ। ਸੋ ਪੰਜਾਬ ਤੁਹਾਨੂੰ ਕੀ ਲੱਗਦਾ ਜਿਸ ਲਿਖੇ ਪੈ ਰਿਹਾ ਇਹ ਬਿਜਲੀ ਦੇ ਵਿੱਚ ਸਮਰੱਥ ਕਦੋਂ ਹੋ ਸਕਦਾ ਹੈ? ਦੇਖੋ ਸੁਖਰਾਜ ਜੀ, ਆਪਣਾ ਗੱਲਾਂ ਕਰਨੀਆਂ ਚੰਗੀਆਂ ਆ, ਵਾਅਦੇ ਕਰਨੇ ਚੰਗੇ ਹੈਗੇ ਆ, ਲੇਕਿਨ ਉਹਨਾਂ ਨੂੰ ਪ੍ਰੈਕਟੀਕਲ ਜਾਮਾ ਪਹਿਨਾਉਣ ਲਈ ਸਾਡੇ ਕੋਲ ਰੋਡ ਮੈਪ ਵੀ ਹੋਣਾ ਚਾਹੀਦਾ। ਇਹਨਾਂ ਨੇ 2 ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਬਿਆਨ ਦਿੱਤਾ ਕਿ ਅਸੀਂ 1 ਸਾਲ ਦੇ ਵਿੱਚ ਨਸ਼ੇ ਖਤਮ ਕਰ ਦਾਂਗੇ, ਪਰ ਰੋਡ ਮੈਪ ਕੋਈ ਨਹੀਂ ਹੈ, ਸਟੱਡੀ ਕੋਈ ਨਹੀਂ ਹੈ, ਕਰਨਾ ਕੀ ਹੈਗਾ ਆ। ਉਹ ਵਾਅਦਾ ਹੀ ਹੈ ਬਸ, ਉਹ ਆਪਣਾ ਅਗਲੇ ਸਾਲ ਉਹ ਕਿਸੇ ਨੂੰ ਯਾਦ ਵੀ ਨਹੀਂ ਰਹਿਣਾ। ਜਿਵੇਂ ਆਪਣਾ ਪੰਜਾਬੀ ਲਾਗੂ ਕਰਨ ਵਾਲਾ ਵਾਅਦਾ ਹਵਾ ਹੋ ਗਿਆ, ਜਿਵੇਂ ਆਪਣਾ ਦੂਜਾ ਆਹ ਜਿਹੜਾ ਚੰਨੀ ਵਾਲਾ ਵਾਅਦਾ ਹਵਾ ਹੋ ਗਿਆ। ਇਸੇ ਤਰ੍ਹਾਂ ਬਹੁਤ ਸਾਰੇ ਵਾਅਦੇ ਆ ਕਿ ਪੈਨਸ਼ਨ ਡਬਲ ਕਰ ਦਾਂਗੇ ਅਸੀਂ, ਸਾਡੀ ਸਰਕਾਰ ਆਈ ਤਾਂ ਅਸੀਂ ਆਪਣਾ ਕੀ ਕਰਾਂਗੇ ਹੈਗੇ, ਆਪਣਾ ਜਿਹੜਾ 1,000 ਰੁਪਈਆ ਮਹਿਲਾਵਾਂ ਦੇ ਖਾਤੇ 'ਚ ਪਾ ਦਾਂਗੇ। ਉਹ ਅੱਜ ਯਾਦ ਹੈ ਕਿਸੇ ਨੂੰ? ਪੰਜਾਬੀ ਦੇ ਵਿੱਚ ਪੰਜਾਬੀ ਲੋਕ ਜਿਹੜੇ ਬੜੇ ਭੋਲੇ ਆ, ਬਹੁਤ ਸੁਹਿਰਦ ਹੈਗੇ ਆ। ਇਹਨਾਂ ਨੇ ਆਪਣਾ ਇੱਕ ਬਦਲਾਵ ਲੈ ਕੇ ਆਂਦਾ ਵੀ ਅਸੀਂ ਆਪਣਾ ਅਕਾਲੀਆਂ ਤੋਂ ਤੇ ਕਾਂਗਰਸ ਤੋਂ ਅੱਕੇ ਹੋਏ ਆ, ਥੱਕੇ ਹੋਏ ਆ। ਅਸੀਂ ਇੱਕ ਕੇਜਰੀਵਾਲ ਨੂੰ ਜਾਂ ਅਸੀਂ ਭਗਵੰਤ ਮਾਨ ਜੀ ਨੂੰ ਇੱਕ ਫਤਵਾ ਦਈਏ ਜਿਹੜਾ ਸਾਨੂੰ ਦੁੱਖਾਂ ਦੇ ਵਿੱਚੋਂ ਨਿਜਾਤ ਦਿਲਾ ਦੇ। ਲੇਕਿਨ ਹੋਇਆ ਕੀ ਹੈ? ਕੁਝ ਵੀ ਨਹੀਂ ਹੋਇਆ। ਠਨ ਗੋਪਾਲ, ਆਹ ਦੇਖੋ 16 ਮਾਰਚ 2023 ਦੀ ਅਖਬਾਰ ਹੈ ਮੇਰੇ ਕੋਲ, 16 ਮਾਰਚ 2023 ਦੀ, ਜਿੱਦਣ ਬਜਟ ਦੇ ਬਾਰੇ ਆਪਣੇ ਸਾਡੇ ਹਰਪਾਲ ਸਿੰਘ ਚੀਮਾ ਜੀ ਨੇ ਉਹਨਾਂ ਨੇ ਡਿਟੇਲ ਦਿੱਤੀ ਹੈ ਪੂਰੀ ਕਿ ਅਸੀਂ ਸਾਡੇ ਤੇ ਕਰਜ਼ਾ ਕਿੰਨਾ ਹੈਗਾ ਤੇ ਸਾਡਾ ਰੋਡ ਮੈਪ ਕੀ ਹੈਗਾ। ਔਰ ਮੈਂ ਤੁਹਾਨੂੰ ਦੱਸਦਾ 3,47,542 3,47,542 ਕਰੋੜ ਦਾ ਪੰਜਾਬ ਤੇ ਕਰਜ਼ਾ ਹੈਗਾ। ਔਰ 3 ਸਟੇਟ ਹੈ ਇੰਡੀਆ ਦੇ ਜੇ ਤੇ ਸਾਨੂੰ ਮਾਣ ਸੀ ਪੰਜਾਬ ਤੇ ਕਿ ਅਸੀਂ ਇੱਕ ਪ੍ਰੋਸਪੈਰਸ ਸਟੇਟ ਦੇ ਵਾਸੀ ਹਾਂ। ਉਹ ਸਟੇਟ ਅੱਜ ਉਹਨਾਂ 3 ਸੂਬਿਆਂ ਦੇ ਵਿੱਚੋਂ ਇੱਕ ਹੈ ਜਿਹੜੇ ਡੈਬਟ ਟ੍ਰੈਪ ਦੇ ਵਿੱਚ ਆਪਣਾ ਫਸ ਚੁੱਕੇ ਆ। ਮੇਰੇ ਮਿੱਤਰ ਸਾਰੇ ਪੈਨਲਿਸਟ ਸਮਝ ਸਕਦੇ ਆ, ਡੈਬਟ ਟ੍ਰੈਪ ਦਾ ਮਤਲਬ ਹੁੰਦਾ ਹੈਗਾ ਕਿ ਕਰਜ਼ਾ ਲੈ ਕੇ ਕਰਜ਼ਾ ਉਤਾਰਿਆ ਜਾਏਗਾ। ਔਰ ਉਹ ਕਿਹੜੇ ਸਟੇਟ ਹੈ? ਪੰਜਾਬ, ਵੈਸਟ ਬੰਗਾਲ ਤੇ ਕੇਰਲਾ। ਤੇ ਪੰਜਾਬ ਦੇ ਵਿੱਚ ਤੁਹਾਨੂੰ ਲੱਖਾਂ ਕਰੋੜਾਂ ਰੁਪਏ ਦੀ ਸਬਸਿਡੀ ਤੁਹਾਡੇ ਕੋਲ ਹੈ ਕਿਆ? ਨੰਗੀ ਨਹਾਉਣਾ ਕੀ ਤੇ ਨਿਚੋੜਨਾ ਕੀ? ਕਿਹਨੇ ਮੰਗੀ ਸੀ ਤੁਹਾਡੇ ਤੋਂ ਸਬਸਿਡੀ? ਦਿਓ ਜੇ ਤੁਹਾਡੇ ਕੋਲ ਕਰਜ਼ਾ, ਪਹਿਲਾਂ ਕਰਜ਼ਾ ਤਾਂ ਉਤਾਰ ਲਓ। 43,000 ਕਰੋੜ ਦਾ ਬਾਦਲ ਸਾਹਿਬ ਤੁਸੀਂ ਪਿਛਲੀ ਸਰਕਾਰ ਨੇ 1 ਸਾਲ ਦੇ ਵਿੱਚ ਕਰਜ਼ਾ ਲਿਆ, ਆਮ ਆਦਮੀ ਪਾਰਟੀ ਨੇ। ਤੁਸੀਂ ਕਰਜ਼ਾ ਉਤਾਰੋਗੇ ਕਿਵੇਂ? ਤੁਸੀਂ 17 ਕਰੋੜ ਦੇ ਨਾਲ ਲੋਲੀਪੌਪ ਦੇ ਕੇ ਮੁੱਖ ਮੰਤਰੀ ਜੀ ਆਪਣਾ ਪੀਸੀ ਕਰ ਰਹੇ ਹੈਗੇ ਆ ਕਿ ਅਸੀਂ ਪਤਾ ਨਹੀਂ ਕਿੰਨਾ ਮਾਰਕਾ ਮਾਰ ਲਿਆ ਹੈਗਾ ਆ। ਯਾਰ ਹੱਦ ਹੋ ਗਈ। ਆਪਣਾ ਮੁੱਖ ਮੰਤਰੀ ਇੰਨਾ ਵਿਹਲਾ ਹੈਗਾ ਆ ਕਿ 1 ਸਾਲ ਦੇ ਵਿੱਚ 17 ਕਰੋੜ ਦੀ ਬਚਤ ਵਾਸਤੇ ਉਹ ਆਪਣਾ, ਤੁਸੀਂ ਜੇ ਦੱਸਣਾ ਹੀ ਹੈਗਾ, ਟਰਾਂਸਪੇਰੈਂਸੀ ਲਿਆਣੀ ਹੈਗੀ ਤਾਂ ਲਿਆਓ। ਤੁਸੀਂ ਆਪਣਾ ਦੱਸੋਗੇ ਨਾ ਕਿ ਸਾਡਾ ਪਿਛਲੇ 18 ਮਹੀਨਿਆਂ ਦੇ ਵਿੱਚ ਐਡਵਰਟਾਈਜ਼ਮੈਂਟ ਤੇ ਕਿੰਨੇ ਕਰੋੜ ਖਰਚ ਆਇਆ। ਤੁਸੀਂ ਸਾਨੂੰ ਪੰਜਾਬ ਦੀ ਪਬਲਿਕ ਨੂੰ ਦੱਸੋ ਕਿ ਤੁਸੀਂ ਬਾਹਰਲੇ ਸੂਬਿਆਂ ਦੇ ਵਿੱਚ ਅਖਬਾਰਾਂ ਤੇ ਟੀਵੀ ਦੇ ਉੱਤੇ ਕਿੰਨੇ ਕਰੋੜਾਂ ਦੀ ਐਡਵਰਟਾਈਜ਼ਮੈਂਟ ਦਿੱਤੀ ਆ। ਤੁਸੀਂ ਇਹ ਦੱਸੋ ਕਿ ਪੰਜਾਬ ਦਾ ਬਸ ਅੱਧਾ ਮਿੰਟ ਮੁੱਦਾ ਦੇਖੋ ਜੀ, ਪੰਜਾਬ 'ਚ ਬਿਜਲੀ ਦਾ ਮੁੱਦਾ ਆ। ਮੁੱਦਾ ਇਹੀ ਹੈ ਕਿ ਪੰਜਾਬ ਸਮਰੱਥ ਹੋ ਕੇ, ਜਿਸ ਤਰੀਕੇ ਨਾਲ ਬੱਬੀ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਸਮਰੱਥ ਕਰ ਰਹੇ ਆ, ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਹੈ ਉਹ ਸਮਝੌਤੇ ਤੋੜਾਂਗੇ। ਗੱਲ ਤਾਂ ਇਹ ਹੈ ਨਾ ਕਿ ਪੰਜਾਬ ਬਿਜਲੀ ਸਮਰੱਥ ਕਦੋਂ ਹੋਊਗਾ, ਕਦੋਂ ਸਰਪਲਸ ਹੋ? ਆਪਣਾ ਇਹ ਦੱਸੋ ਕਿ ਆਪਣਾ ਆਮ ਆਦਮੀ ਪਾਰਟੀ ਨੇ ਕਿਹੜਾ ਪ੍ਰੋਜੈਕਟ ਲਾਇਆ, ਕਿਹੜਾ ਆਪਣਾ ਪਾਵਰ ਪਲਾਂਟ ਲਾਇਆ, ਕਿ ਕੀ ਕੰਟਰੀਬਿਊਸ਼ਨ ਹੈਗੀ ਹੈ ਇਹਨਾਂ ਦੀ। ਇਹਨਾਂ ਨੇ ਸਮਝੌਤਾ ਤਾਂ ਕੀਤਾ, ਵੈਲਕਮ ਹੈ, ਬਹੁਤ ਸਸਤਾ ਕੀਤਾ ਹੈਗਾ, ਲੇਕਿਨ ਉਹ ਸਮਝੌਤਾ ਭਾਰਤ ਸਰਕਾਰ ਦੀ ਇੱਕ PSU ਪਬਲਿਕ ਸੈਕਟਰ ਅੰਡਰਟੇਕਿੰਗ ਹੈ, SJVL, ਉਹਦੇ ਨਾਲ ਕੀਤਾ ਹੈਗਾ। ਉਹਨਾਂ ਨੇ ਕੋਟ ਕੀਤਾ ਰੇਟ ₹2.60 ਤੇ ਇਹਨਾਂ ਨੇ ਕਿਹਾ ਨਹੀਂ ਥੋੜਾ ਘੱਟ ਕਰ ਲਓ, ਤੇ ਉਹਨਾਂ ਨੇ ਘੱਟ ਕਰ ਲਿਆ।
254 ਜਾਂ 253 ਕਰ ਲਿਆ। ਤੇ ਇਹਦੇ ਵਿੱਚ 6 ਪੈਸੇ ਬਚਾਉਣ ਦੇ ਵਿੱਚ ਬਾਦਲ ਸਾਹਿਬ ਸਾਨੂੰ ਇਹ ਦੱਸੋ ਕਿ ਇਹ ਕਿਹੜਾ ਮੈਕੈਨਿਜ਼ਮ ਹੈ ਪੰਜਾਬ ਦੇ ਲੋਕਾਂ ਨੂੰ ਬੱਬੀ ਜੀ, ਆਪਣਾ ਜਿਹੜਾ ਕੀ ਕਹਿੰਦੇ ਆ। ਬਿਲਕੁਲ ਇਹ ਸਵਾਲ ਬਿਲਕੁਲ ਵੈਲਿਡ ਹੈ। ਇਹ ਸਵਾਲ ਅਸੀਂ ਕਹਿ ਦਈਏ ਕਿ ਇਸ ਵਕਤ ਮੌਕੇ ਦੇ ਵਜੂਦ ਰੱਖਦਾ ਹੈ। ਤਾਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜਾ ਮੈਕੈਨਿਜ਼ਮ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਜਿਹੜਾ ਕਿ ਹੈ ਅੱਜ ਵਾਅਦਾ ਆ ਉਹ ਪੂਰਾ ਕਰੋਗੇ? ਸੁਰਖਾਬ ਜੀ, ਜਿਹੜੀ ਇਲੈਕਟ੍ਰਿਸਿਟੀ ਟ੍ਰੇਡਿੰਗ ਹੈ ਨਾ, ਉਹ ਬਹੁਤ ਵੱਡਾ ਇੱਕ ਆਪਣੇ ਆਪ ਵਿੱਚ ਹਿੰਦੁਸਤਾਨ ਦੇ ਵਿੱਚ ਬਿਜਲੀ ਜਿਹੜੀ ਸਾਰੇ ਸਟੇਟਾਂ ਦੇ ਵਿੱਚ ਜਿਹੜੀ ਸਰਪਲਸ ਹੁੰਦੀ ਹੈ, ਉਹਦੇ ਬਿਜਲੀ ਦੀ ਮਾਰਕੀਟ ਹੈ। ਆਪਾਂ ਖਰੀਦ ਸਕਦੇ ਹਾਂ, ਆਪਾਂ ਪੈਸੇ ਦੇ ਕੇ ਖਰੀਦਣੀ ਹੈ। ਇਹ ਵਾਰ-ਵਾਰ ਕਹਿ ਰਿਹਾ ਹੈ ਕਿ ਕੇਂਦਰ ਦਾ ਉਹ ਹੈ ਜੀ BBMB ਦਾ। ਅਸੀਂ ਤਾਂ ਪੈਸੇ ਦੇ ਕੇ ਲੈ ਰਹੇ ਹਾਂ, ਅਸੀਂ ਫ੍ਰੀ ਚ ਨਹੀਂ ਲੈ ਰਹੇ ਕੇਂਦਰ ਤੋਂ। ਨੰਬਰ 2 ਦੀ ਗੱਲ ਇੱਕ ਮੈਨੂੰ ਦੱਸੋ ਵੀ ਲੱਦੜ ਸਾਹਿਬ ਨੇ ਕਿਹਾ ਕਿ ਆਪਣਾ 1000 ਰੁਪਏ ਇਹਨਾਂ ਨੇ ਇਹ ਨਹੀਂ ਕੀਤਾ, ਕਰਜ਼ਾ ਜੀ 3,62,000 ਕਰੋੜ। ਮੇਰੀ ਬੇਨਤੀ ਹੈ ਕਿ ਕਰਜ਼ਾ ਚੜਾਇਆ ਕਿਹਨੇ? ਲੱਦੜ ਸਾਹਿਬ, ਤੁਹਾਡੀ ਆਪ ਦੀ BJP ਅਕਾਲੀ ਦਲ ਨਾਲ ਗਠਬੰਧਨ ਸੀ, ਸ਼ਾਇਦ ਤੁਹਾਨੂੰ ਯਾਦ ਨਹੀਂ ਰਿਹਾ। ਤੁਸੀਂ ਅਕਾਲੀ ਕਾਂਗਰਸ ਦਾ ਨਾਂ ਤਾਂ ਲੈ ਕੇ ਭਾਜਪਾ ਦਾ ਭੁੱਲ ਗਏ। ਭਾਜਪਾ ਦੇ ਬੜੇ ਨਿੱਘੇ ਰਿਲੇਸ਼ਨ ਰਹੇ, 15 ਸਾਲ ਰਾਜ ਕੀਤਾ ਤੁਸੀਂ ਔਰ ਉਹ ਬਹੁਤ ਵੱਡਾ ਹਿੱਸਾ ਸੀ। ਮੈਂ ਕਿਹਾ ਜੀ ਬੱਬੀ ਬਾਦਲ ਜੀ, ਤੁਸੀਂ ਵੀ ਉਦੋਂ ਬਾਦਲ ਸਾਹਿਬ ਦੇ ਨਾਲ ਹੀ ਹੁੰਦੇ ਸੀ। ਨਹੀਂ, ਅਸੀਂ ਤਾਂ ਨਵੀਂ ਪਾਰਟੀ ਹੈ, ਬੜੀ 2012 ਕਰਜ਼ਾ ਚੜਿਆ। ਪਿਛਲੀਆਂ ਸਰਕਾਰਾਂ ਤੇ ਹਮੇਸ਼ਾ ਭਾਂਡਾ ਭੰਨਿਆ ਜਾਂਦਾ, ਕਰਜ਼ਾ ਚੜਿਆ, ਪਰ ਕਰਜ਼ਾ ਲਾਉਣ ਦਾ ਹੱਲ ਵੀ ਤਾਂ ਕਰਨਾ ਪਊਗਾ ਨਾ। ਮੈਂ ਆਪਣਾ ਸੁਖਰਾਜ ਜੀ ਇੱਕ ਅੱਧਾ ਮਿੰਟ ਲਵਾਂਗਾ। ਦੇਖੋ, ਆਪਣਾ ਪੁਰਾਣੀਆਂ ਸਰਕਾਰਾਂ ਨੇ ਅਗਰ ਕੋਈ ਕੰਮ ਨਹੀਂ ਕੀਤਾ ਤੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ, ਤੇ ਹੁਣ ਅਸੀਂ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਪੁਰਾਣੀਆਂ ਸਰਕਾਰਾਂ ਨੇ ਸਾਡੇ ਤੇ ਕਰਜ਼ਾ ਚਾੜਤਾ। ਤੇ ਤੁਸੀਂ ਵਾਅਦਾ ਕਰਕੇ ਆਏ ਹੋ ਕਿ ਅਸੀਂ ਕਰਜ਼ਾ ਉਤਾਰਾਂਗੇ, ਇੰਨੇ ਕਰੋੜ ਰੁਪਈਆ ਇੱਥੋਂ ਕਮਾ ਲਾਂਗੇ, ਇੰਨੇ ਕਰੋੜ ਰੁਪਈਆ ਇੱਥੋਂ ਕਮਾ ਲਾਂਗੇ, ਇੰਨੇ ਕਰੋੜ ਰੁਪਈਆ ਇੱਥੋਂ ਕਮਾ ਲਾਂਗੇ। ਉਹ ਕਿੱਥੇ ਗਿਆ? ਕਿ ਅਸੀਂ ਰੇਤੇ ਪਾਲਿਸੀ ਜੋ ਕੱਢ ਲਾਂਗੇ, ਐਕਸਾਈਜ਼ ਪਾਲਿਸੀ ਜੋ ਕੱਢ ਲਾਂਗੇ, ਅਸੀਂ ਆ ਕਰਪਸ਼ਨ ਫ੍ਰੀ ਕਰ ਦਾਂਗੇ। ਕੀ ਹੋਇਆ? 4.25 ਲੱਖ ਸ਼ਿਕਾਇਤਾਂ ਆ, ਜਿਨ੍ਹਾਂ ਦੇ ਵਿੱਚੋਂ ਲੈਸ ਦੈਨ 250 ਸ਼ਿਕਾਇਤਾਂ ਦਾ ਨਿਪਟਾਰਾ ਹੋਇਆ। ਬੱਬੀ ਜੀ, 4.25 ਲੱਖ ਸ਼ਿਕਾਇਤਾਂ ਆ ਜਿਹੜੀਆਂ ਪੋਰਟਲ ਤੇ ਆਈਆਂ ਹੈਗੀਆਂ, ਵੈਰੀਫਾਈ ਕਰ ਲਿਓ। ਤੁਹਾਨੂੰ ਵੀ ਸ਼ਾਮਿਲ ਕਰਦੇ ਆ। ਕਰਜ਼ੇ ਦੀ ਗੱਲ ਹੋ ਰਹੀ ਹੈ, ਹਾਲਾਂਕਿ ਤੁਹਾਡੀ ਵੀ ਸਰਕਾਰ ਰਹੀ ਹੈ, ਤਾਂ ਸਿੱਧੇ ਤੌਰ ਤੇ ਸ਼ਬਦੀ ਹੱਲਾ ਤੁਹਾਡੀਆਂ ਸਰਕਾਰਾਂ ਦੇ ਵੀ ਬੋਲਿਆ ਜਾਂਦਾ ਆ ਕਿ ਕਰਜ਼ਾ ਤੁਹਾਡੀਆਂ ਸਰਕਾਰਾਂ ਦੇ ਸਮੇਂ ਚੜਿਆ, ਹੱਲ ਕਿਉਂ ਨਹੀਂ ਕੀਤਾ ਗਿਆ? ਪੰਜਾਬ ਨੂੰ ਸਮਰੱਥ ਬਣਾਉਣ ਦੀ ਲੜਾਈ ਤਾਂ ਬਹੁਤ ਲੰਬੀ ਹੈ। ਤੁਹਾਡਾ ਮਾਈਕ ਖੜਿਆਲ ਸਾਹਿਬ ਮਿਊਟ ਕਰ ਦਿਓ। ਜੀ ਮਾਈਕ ਮਿਊਟ ਲੱਗਦਾ। ਆ ਰਹੀ ਹੈ ਜੀ, ਆਵਾਜ਼ ਆ ਰਹੀ ਹੈ ਜੀ ਖੜਿਆਲ ਸਾਹਿਬ ਜੀ। ਮੈਂ ਕਿਹਾ ਮੈਂ ਦੱਸਦਾ ਇਹਨਾਂ ਨੂੰ, ਥੋੜਾ ਰਿਐਲਿਟੀ ਚੈੱਕ ਦੇ ਦਿੰਦਾ। ਜਦੋਂ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਸਰਕਾਰ ਗਈ ਹੈ, ਉਹ ਅਰਾਊਂਡ 2,18,000 ਕਰੋੜ ਦਾ ਕਰਜ਼ਾ ਛੱਡ ਕੇ ਗਈ ਸੀ, ਅਰਾਊਂਡ 2,18,000 ਦਾ। ਠੀਕ ਹੈ ਜੀ। ਜਦੋਂ ਅਸੀਂ ਗਏ ਤੇ ਤਕਰੀਬਨ 2,85,000 ਕਰੋੜ ਦੇ ਨੇੜੇ ਤੇੜੇ ਸੀਗਾ, ਰਫਲੀ ਮੈਂ ਤੁਹਾਨੂੰ ਦੱਸ ਰਿਹਾ, ਪ੍ਰੀਸਾਈਜ਼ਲੀ ਨਹੀਂ। ਤੇ ਅਸੀਂ ਪ੍ਰਿੰਸੀਪਲ ਅਮਾਉਂਟ ਵੀ ਮੋੜਨਾ ਸੀਗਾ, ਇੰਟਰਸਟ ਵੀ ਮੋੜਨਾ ਸੀਗਾ, ਜੋ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਕਿ ਕੀ ਕਿਸੇ ਨੇ, ਜਿੰਨਾ ਤੁਸੀਂ ਕਰਜ਼ਾ ਲਿਆ 30,000 ਕਰੋੜ ਰੁਪਏ ਦਾ ਇੱਕ ਸਾਲ ਦਾ, ਇਹਨਾਂ ਕਿਸੇ ਸਰਕਾਰ ਨੇ ਲਿਆ? ਇੱਕ ਦੱਸ ਦਿਓ। ਤੇ 30,000 ਕਰੋੜ ਨਹੀਂ, ਮੈਂ ਥੋੜਾ ਕਹਿ ਰਿਹਾ, ਇਹ ਤਾਂ ਜ਼ਿਆਦਾ ਹੀ ਹੋਊਗਾ। 43,000 ਕਰੋੜ ਹੈ। ਹਾਂਜੀ, ਸੋ ਬਹੁਤ ਜ਼ਿਆਦਾ ਹੈ। ਤੇ ਗੱਲ ਇਹ ਹੈ, ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਹਿ ਰਹੀ ਹੈ। ਕਹਿੰਦੇ ਵੀ ਅਸੀਂ ਦਾਅਵਾ ਕਰਦੇ ਲੋਕਾਂ ਦਾ ਫਾਇਦਾ ਹੋਊਗਾ ਇਸ ਚੀਜ਼ ਕਰਕੇ। ਦਾਅਵਾ ਤਾਂ ਇਹ ਵੀ ਕੀਤਾ ਸੀਗਾ ਮਹਿਲਾਵਾਂ ਨੂੰ 1,000 ਦੇਵਾਂਗੇ, ਦੇਤਾ। ਦਾਅਵਾ ਤਾਂ ਇਹ ਵੀ ਕੀਤਾ ਸੀ 4 ਮਹੀਨੇ 'ਚ ਨਸ਼ਾ ਖਤਮ ਕਰ ਦਾਂਗੇ, ਹੋ ਗਿਆ। ਦਾਅਵਾ ਤਾਂ ਇਹ ਵੀ ਕੀਤਾ ਸੀ ਬੇਅਦਬੀ ਮਾਮਲੇ 'ਚ ਇਨਸਾਫ ਹੋਊਗਾ, ਹੋ ਗਿਆ। ਦਾਅਵਾ ਤਾਂ ਇਹ ਵੀ ਕੀਤਾ ਸੀ ਪੰਚਾਇਤੀ ਜ਼ਮੀਨ ਖਾਲੀ ਕਰਾਵਾਂਗੇ, ਸੁਖ ਵਿਲਾਸ ਕਿਰਾਏ ਤੇ ਚੜਾਵਾਂਗੇ, BMW ਦਾ ਯੂਨਿਟ ਆ ਰਿਹਾ ਹੈ, ਮੂਸੇਵਾਲੇ ਦੇ ਕੇਸ 'ਚ ਮੁਲਜ਼ਮ ਅਬਰੋਡ ਡਿਟੇਨ ਕਰ ਲਿਆ ਹੈ। ਸਾਰੇ ਦਾਅਵੇ ਖੋਖਲੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ। ਸੋ ਲੋਕਾਂ ਨੂੰ ਵਿਸ਼ਵਾਸ ਰਿਹਾ ਨਹੀਂ ਤੁਹਾਡੇ ਤੇ। ਸਟਾਰਟ ਐਕਟਿੰਗ ਐਂਡ ਸਟਾਪ ਸਪੀਕਿੰਗ। ਦੂਜਾ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਪੁੱਛਦਾ ਹਾਂ ਕਿ ਬਾਦਲ ਸਾਹਿਬ, ਇਹ ਸਵਾਲ ਬੜਾ ਜਾਇਜ਼ ਹੈ ਤੇ ਬੜਾ ਜ਼ਰੂਰੀ ਹੈ, ਲੋਕ ਇਹ ਤੁਹਾਨੂੰ ਪੁੱਛਣਾ ਚਾਹੁੰਦੇ ਤੇ ਜਾਨਣਾ ਵੀ ਚਾਹੁੰਦੇ ਇਸ ਚੀਜ਼ ਨੂੰ, ਕਿ ਇਹ ਜਿਹੜਾ ਪ੍ਰੋਫਿਟ ਹੈ ਤੁਹਾਨੂੰ ਹੁਣ ਬਣੂਗਾ ਕਿਉਂਕਿ ਸਸਤੀ ਤੁਸੀਂ ਬਿਜਲੀ ਖਰੀਦ ਸਕੋਗੇ, ਅਗਰੀਮੈਂਟ ਹੋ ਗਿਆ, ਠੀਕ ਹੈ। ਜਦੋਂ ਐਂ ਕਰੂਡ ਆਇਲ ਭਾਰਤੀ ਜਨਤਾ ਪਾਰਟੀ ਨੂੰ ਅਬਰੋਡ ਸਸਤਾ ਮਿਲਦਾ ਸੀਗਾ, ਤੁਸੀਂ ਕਹਿੰਦੇ ਸੀ ਡੀਜ਼ਲ ਪੈਟਰੋਲ ਦੇ ਰੇਟ ਘਟਾਓ, ਤੁਹਾਨੂੰ ਪਿੱਛੋਂ ਸਸਤਾ ਆ ਰਿਹਾ ਜੀ, ਤੁਸੀਂ ਅੱਗੇ ਜਿਹੜਾ ਬੈਨੀਫਿਟ ਹੈ ਪਾਸ ਔਨ ਕਰੋ। ਹੁਣ ਤੁਹਾਨੂੰ ਵੀ ਜੇ ਬਿਜਲੀ ਸਸਤੀ ਮਿਲਦੀ ਹੈ, ਲੋਕਾਂ ਨੂੰ ਬੈਨੀਫਿਟ ਪਾਸ ਔਨ ਕਰੋਗੇ? ਨਹੀਂ ਕਰੋਗੇ, ਸਵਾਲ ਨੰਬਰ 1। ਸਵਾਲ ਨੰਬਰ 2, ਜੇ ਕਰੋਗੇ ਤਾਂ ਕਦੋਂ ਤੱਕ ਹੋ ਜਾਊਗਾ?
ਨੰਬਰ 3 ਕਿੰਨੇ ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਰੇਟ ਕਰੋਗੇ? 3 ਅਹਿਮ ਸਵਾਲ ਹੈ ਲੋਕਾਂ ਦੇ, ਕਾਈਂਡਲੀ ਜ਼ਰੂਰ ਪੁੱਛੋ ਇਹਨਾਂ ਨੂੰ। ਬਿਲਕੁਲ, ਇਹ ਸਵਾਲ ਇਸ ਵਕਤ ਬਹੁਤ ਜ਼ਰੂਰ ਲਾਜ਼ਮੀ ਨੇ ਕਿ ਕਦੋਂ ਹੋ ਰਹੀ ਹੈ ਬਿਜਲੀ ਸਸਤੀ, ਕਦੋਂ ਲੋਕਾਂ ਤੇ, ਹਾਲਾਂਕਿ 600 ਯੂਨਿਟ ਤੁਸੀਂ ਕਹਤਾ ਕਿ ਭਾਰ ਅਸੀਂ ਲਾਤਾ, 90% ਲੋਕਾਂ ਨੂੰ ਜ਼ੀਰੋ ਬਿੱਲ ਆ ਰਿਹਾ ਹੈ, ਪਰ ਜਿਸ ਤਰੀਕੇ ਨਾਲ ਖਜ਼ਾਨੇ ਤੇ ਸਬਸਿਡੀਜ਼ ਦਾ ਭਾਰ ਹੈ, ਕਰਜ਼ੇ ਦਾ ਭਾਰ ਪੰਜਾਬ ਸਰਕਾਰ ਤੇ ਪੰਜਾਬ ਵਾਸੀਆਂ ਦੇ ਆ, ਉਹ ਭਾਰ ਵੀ ਲਾਉਣਾ ਹੈ। ਉਹਦੇ ਲਈ ਬੱਬੀ ਜੀ ਕੀ ਕੀਤਾ ਜਾ ਰਿਹਾ? ਕਿਸਾਨ ਇੰਤਜ਼ਾਰ ਕਰ ਰਹੇ ਨੇ ਕਿ ਸਾਡੀ ਕਿਤੇ ਬਿਜਲੀ ਤਾਂ ਨਹੀਂ ਕੱਟੀ ਜਾ ਰਹੀ, ਸਾਡੇ ਲਈ ਕੀ ਆ ਰਿਹਾ ਖਾਸ ਤੌਰ ਤੇ? ਮੈਂ ਸੁਰਖਾਬ ਜੀ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਕੱਲ ਮੁੱਖ ਮੰਤਰੀ ਜੀ ਨੇ ਬੜਾ ਕੈਟੇਗੋਰੀਕਲੀ ਕਿਹਾ ਹੈ ਪ੍ਰੈਸ ਕਾਨਫਰੰਸ ਦੇ ਅੰਦਰ ਕਿ ਜਿਹੜੀ ਬਿਜਲੀ ਹੈ ਫ੍ਰੀ ਪਾਵਰ ਟੂ ਕੰਟੀਨਿਊ। ਉਹਨਾਂ ਨੇ ਬੜਾ ਧੜੱਲੇ ਨਾਲ ਕਿਹਾ ਕਿ ਕੋਈ ਇਹੋ ਜਿਹੀ ਗੱਲ ਨਹੀਂ, ਫ੍ਰੀ ਪਾਵਰ ਚੱਲਦੀ ਰਹੂਗੀ ਔਰ ਕਿਸਾਨਾਂ ਵਾਸਤੇ ਸੋਲਰ એનર્ਜੀ ਹੋਰ ਸਸਤੀ ਹੋਊ। ਨੰਬਰ 1। ਨੰਬਰ 2 ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਰੀਗੇਸ਼ਨ, ਪਾਵਰ ਔਰ ਵਾਟਰ ਰਿਸੋਰਸਿਸ ਦਾ ਮਹਿਕਮਾ ਅਸੀਂ ਇਕੱਠਾ ਕਰ ਰਹੇ ਹਾਂ, ਕਿਉਂ ਕਰਕੇ ਅਸੀਂ ਇਹਨਾਂ ਦੇ ਵਿੱਚ ਪਾਵਰ ਜਨਰੇਸ਼ਨ ਦੇ ਵਿੱਚ ਹੈਲਪ ਹੋਊਗੀ ਔਰ ਤੁਸੀਂ ਇਰੀਗੇਸ਼ਨ, ਵਾਟਰ ਰਿਸੋਰਸਿਸ ਔਰ ਕਨਾਲਸ ਔਰ ਪਾਵਰ, ਇਹ ਮਤਲਬ ਅਸੀਂ ਮਹਿਕਮੇ ਇਕੱਠੇ ਕਰ ਰਹੇ ਹਾਂ। ਸੋ ਉਹਨਾਂ ਨੇ ਇੱਕ ਹੋਰ ਖੁਸ਼ਖਬਰੀ ਕਿਸਾਨਾਂ ਨੂੰ ਦਿੱਤੀ ਹੈ, ਜਿਹੜੀ ਯੂਬੀਡੀਸੀ ਕਨਾਲ ਹੈ ਉਹ 12 ਮਹੀਨੇ ਚੱਲਦੀ ਰਹੂਗੀ, ਜਿਹੜੀ ਅੱਪਰ ਬੜੀ ਦੁਆਬ ਕਨਾਲ ਹੈ। ਸੋ ਇਸ ਕਰਕੇ ਮੁੱਖ ਮੰਤਰੀ ਜੀ ਨੂੰ ਕਿਸਾਨਾਂ ਲਈ ਕਹਿਣ ਦੀ ਲੋੜ ਨਹੀਂ, ਉਹ ਆਪ ਹੀ 10 ਏਕੜ ਵਾਲਾ ਕਿਸਾਨ ਹੈ, ਉਹਨੂੰ ਪਤਾ ਹੈ ਕਿਸਾਨਾਂ ਦਾ ਕੀ ਰੋਗ ਹੈ। ਤੇ ਆਮ ਲੋਕ ਵੀ ਤਾਂ ਉਡੀਕ ਰਹੇ ਨੇ ਨਾ ਕਦੋਂ ਸਸਤੀ, ਤੇ ਖਾਸ ਤੌਰ ਤੇ ਪੰਜਾਬ ਦੇ ਖਜ਼ਾਨੇ ਤੇ। ਜੀ ਮਨਜੀਤ ਜੀ, ਤੁਹਾਡੇ ਕੋਲ ਪੰਜਾਬ ਦੇ ਖਜ਼ਾਨੇ ਤੇ ਪੈਂਦਾ ਬੋਝ ਉਹ ਵੀ ਤਾਂ ਘਟਾਉਣਾ ਆ। ਮੈਂ ਬੇਨਤੀ ਕਰਾਂ ਬੱਬੀ ਜੀ, 1 ਮਿੰਟ ਮੇਰਾ ਵੀ ਸਵਾਲ ਲੈ ਲਿਓ। ਤੁਸੀਂ ਕਿਹਾ ਭਈ ਕੰਢੀ ਕਨਾਲ ਚੱਲੇਗੀ, ਜਿਹੜੀ ਬਿਸ ਦੁਆਬ ਚੱਲੇਗੀ। ਮੈਂ ਇੱਥੇ ਸੁਰਖਾਬ ਜੀ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਰਕਾਰ ਕਿੱਦਾਂ ਹੇਰਾਫੇਰੀ ਕਰਦੀ ਹੈ। ਹੁਣ ਜਿਹੜੀ ਬਿਸ ਦੁਆਬ ਨਹਿਰ ਹੈ ਨਾ ਜੀ, ਉਹ ਚੋਂ ਸਪਲਾਈ ਦੇਣੀ ਇਹਨਾਂ ਨੇ ਸ਼ਹਿਰ ਜਲੰਧਰ ਵਾਸਤੇ, ਉਹਨੂੰ ਟ੍ਰੀਟ ਕਰਕੇ ਪਾਣੀ, ਤੇ ਉਹ ਨਾ ਕਿਸਾਨਾਂ ਦੇ ਲੱਗਣੀ ਹੈ। ਕਿਸਾਨਾਂ ਨੂੰ ਪੂਰੇ ਮੋਗੇ ਦੇ ਨਹੀਂ ਰਹੇ। ਆ ਕੰਢੀ ਕਨਾਲ ਜਿਹੜੀ, ਉਹਦੇ ਵਿੱਚ ਮੈਂ ਇੱਕ ਦਿਨ ਜਾ ਕੇ ਉੱਥੇ ਪ੍ਰੋਟੈਸਟ ਕਰਕੇ ਤੇ ਮੋਗੇ ਰਖਾ ਕੇ ਆਏ, ਜਿਹੜੇ ਪੁਰਾਣੇ ਮੋਗੇ ਉਹ ਵੀ ਬੰਦ ਕਰੀ ਜਾਂਦੇ, ਪਾਣੀ ਅਸੀਂ ਅੱਗੇ ਲੈ ਕੇ, ਅੱਗੇ ਵੀ ਸਾਡੇ ਕਿਸਾਨ ਨੇ, ਪਰ ਤੁਸੀਂ ਉਹਦੇ ਵਿੱਚ ਕਿੰਨੇ ਕਿਊਸਿਕ ਪਾਣੀ ਛੱਡਦੇ ਆ, ਉਹਦੀ ਮਿਕਦਾਰ ਵਧਾਓ, ਉਧਰ ਨੂੰ ਨਹੀਂ ਗਏ। ਚਲੋ ਹੁਣ ਗੱਲ ਹੈਗੀ ਬਿਜਲੀ ਦੀ। ਮੈਂ ਇੱਕ ਗੱਲ ਜ਼ਰੂਰ ਕਵਾਂਗਾ, ਆ ਕਰਜ਼ੇ ਦੀ ਗੱਲ ਚੱਲਦੀ ਸੀ, ਇਹ ਸਾਰੇ ਹੀ ਸਾਥੀ ਸਾਡੇ ਜਿੰਨੇ ਪੈਨਲ 'ਚ ਬੈਠੇ ਨੇ, ਖੜਿਆਲ ਸਾਹਿਬ ਬੜੇ ਸਿਆਣੇ ਨੇ, ਮੈਂ ਇਹਨਾਂ ਨੂੰ ਇੱਕ ਬੇਨਤੀ ਕਰਾਂ, ਇਸ਼ੂ ਛੱਡ ਦਿਆ ਕਰੋ। ਵੀ ਇਹਨਾਂ ਨੇ ਕਿਹਾ ਸੀ ਬੀਬੀਆਂ ਨੂੰ 1000 ਦੇਵਾਂਗੇ, ਪਹਿਲਾਂ ਜਿੰਨਾ ਦਿੱਤਾ ਹੁਣ ਤੱਕ ਆ ਦੱਸ ਰਹੇ ਨੇ ਕਿ 43,000 ਕਰੋੜ ਰੁਪਈਆ ਚੁੱਕ ਲਿਆ, ਤੇ ਜੇ ਹੁਣ 1000 ਵੀ ਦੇ ਦੇਣਗੇ, ਕਰਜ਼ਾ ਕਿਹਦੇ ਸਿਰ ਚੜਨਾ ਹੈ? ਪੰਜਾਬ ਸਿਰ। ਪੰਜਾਬ ਦਾ ਬੱਚਾ ਬਿੰਦੇ ਨਾ ਕਰਜ਼ੇ ਥੱਲੇ। ਸੋ ਇਹ ਕਿਰਪਾ ਕਰੋ, ਪੰਜਾਬ ਦਾ ਕਰਜ਼ਾ ਥੱਲੇ ਨੂੰ ਕਿਵੇਂ ਲਿਆਉਣਾ ਹੈ? ਮੈਂ ਇੱਕ ਸੁਰਖਾਬ ਜੀ ਕਹਿ ਕੇ ਗੱਲ ਆਪਣੀ ਖਤਮ ਕਰਾਂਗਾ। ਜਦੋਂ ਸਿੰਘੂ ਬਾਰਡਰ ਤੇ ਸੀ ਅੰਦੋਲਨ ਚੱਲਦਾ ਸੀ, ਤੇ ਤੁਹਾਡੇ ਵਰਗੇ ਸੱਜਣ ਨੇ ਮੈਨੂੰ ਕੁਐਸਚਨ ਕੀਤਾ ਕਿ ਭਾਈ ਇਹ ਕਹਿੰਦੇ 300 ਯੂਨਿਟ ਫ੍ਰੀ ਦੇਣੀ ਹੈ, ਤੇ ਸੁਖਵੀਰ ਬਾਦਲ ਜੀ ਕਹਿੰਦੇ ਅਸੀਂ 400 ਦੇ ਦੇਵਾਂਗੇ। ਤੇ ਮੈਂ ਉਹਨਾਂ ਨੂੰ ਅੱਗੇ ਸਵਾਲ ਕੀਤਾ ਵੀ ਇਹਨਾਂ ਨੂੰ ਪੁੱਛੋ ਮੇਰੇ ਵੀਰੋ, ਤੁਸੀਂ ਪੁੱਛ ਸਕਦੇ ਹੋ ਵੀ ਇਹਨਾਂ ਦੇ ਕੋਲ ਫਾਈਨੈਂਸ ਜਨਰੇਟ ਕਰਨ ਵਾਸਤੇ ਕੋਈ ਪਾਲਿਸੀ ਹੈ? ਇਹਨਾਂ ਕੋਲ ਜੌਬਾਂ ਜਨਰੇਟ ਕਰਨ ਵਾਸਤੇ ਕੋਈ ਪਾਲਿਸੀ ਹੈ? ਤੇ ਇਹ ਆ ਜਿਹੜਾ ਕੰਮ ਪਾਲਿਸੀਆਂ ਦੇਣੀਆਂ, ਪਹਿਲਾਂ ਦੇਖੋ ਜਿਹੜੀਆਂ ਚੱਲਦੀਆਂ ਆ ਰਹੀਆਂ ਪਹਿਲੀਆਂ, ਉਹ ਵੱਖਰੀ ਗੱਲ ਹੈ, ਪਰ ਜਿਹੜੀਆਂ ਨਵੀਆਂ ਦੇਣੀਆਂ ਉਹ ਵਾਸਤੇ ਫਾਈਨੈਂਸ ਕਿੱਥੋਂ ਆਉਣਾ ਹੈ? ਫਾਈਨੈਂਸ ਕਿੱਥੋਂ ਜਨਰੇਟ ਕਰਨਾ ਹੈ? ਸਵਾਲ ਬਿਲਕੁਲ ਵੈਲਿਡ ਹੈ। ਇਸ ਵਕਤ ਇਹ ਸਵਾਲ ਲਾਜ਼ਮੀ ਹੈ ਕਿ ਪੈਸਾ ਕਿੱਥੋਂ ਆ ਰਿਹਾ, ਕਮਾਈ ਕਿੱਥੋਂ ਆ ਰਹੀ ਹੈ? ਜੀ ਖੜਿਆਲ ਸਾਹਿਬ। ਸੁਰਖਾਬ ਜੀ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਹਿਣਾ ਕਿ ਜੀ ਕਰਜ਼ਾ ਅਸੀਂ ਤਾਂ ਚੜਾਇਆ ਨਹੀਂ, ਮਤਲਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿਣਾ ਚਾਹ ਰਹੀ ਹੈ ਵੀ ਅਸੀਂ ਅੱਗੇ ਵੀ ਇਹਨੂੰ ਕੁਝ ਨਹੀਂ ਕਰ ਸਕਾਂਗੇ ਕਰਜ਼ੇ ਬਾਰੇ, ਅਸੀਂ ਕਰਜ਼ਾ ਵਧਾਉਣ ਹੀ ਆਏ ਹਾਂ, ਘਟਾਉਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕਰਨੀ। ਮਤਲਬ ਕਿ ਇਹ ਬਟ ਅੰਡਰਸਟੂਡ ਗੱਲ ਹੈ ਵੀ ਇਹ ਥੋੜੀ ਸਰਕਾਰ ਬਣੂਗੀ ਤੇ ਜਿਹੜਾ ਕਰਜ਼ਾ ਉਹਨੂੰ ਉਤਾਰਨ ਦੀ ਆਪਾਂ ਕੋਸ਼ਿਸ਼ ਕਰਨੀ ਹੈ, ਜ਼ਿੰਮੇਵਾਰੀ ਅਸੀਂ ਵੀ ਕੋਸ਼ਿਸ਼ ਕੀਤੀ ਹੈ। ਸਾਨੂੰ ਵੀ ਕਰਜ਼ਾ ਜਿਹੜਾ ਹੈਗਾ ਹੈ ਮਿਲਿਆ ਸੀਗਾ ਜਦੋਂ ਅਸੀਂ ਓਵਰਟੇਕ ਕੀਤਾ ਸੀਗਾ, ਤੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਉਤਰੀ ਸੀਗੀ, ਡੀਥਰੋਨ ਹੋਈ ਸੀ। ਅਸੀਂ ਥੋੜੇ ਵਾਂਗੂ ਬਹਾਨੇ ਨਹੀਂ ਬਣਾਏ, ਵੀ ਉਸ ਨੂੰ ਐਕਟ ਅਪਨ ਇਟ। ਤੇ ਮੈਂ ਤੁਹਾਨੂੰ ਗਰੰਟੀ ਦੇ ਦਿੰਦਾ, ਜਿਹੜੇ ਹਿਸਾਬ ਨਾਲ ਇਹ ਚੱਲਦੇ ਆ, ਜਿਹੜੇ ਪੇਸ ਤੇ ਕਰਜ਼ਾ ਲੈਣ ਤੇ 5 ਸਾਲਾਂ ਦੇ ਵਿੱਚ ਰਿਕਾਰਡ ਤੋੜ ਕਰਜ਼ਾ ਲੈਣਗੇ, ਇੰਨਾ ਕਿਸੇ ਸਰਕਾਰ ਨੇ ਨਾ ਅਜੇ ਤੱਕ ਲਿਆ ਹੋਊਗਾ ਤੇ ਨਾ ਅੱਗੇ ਕਿਸੇ ਨੇ ਸੁਣਿਆ ਹੋਊਗਾ। ਦੂਜਾ ਮੈਂ ਇੱਕ ਅਖੀਰਲੀ ਚੀਜ਼ ਕਹਿਦਾ ਇਹਨਾਂ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਸਵਾਲ ਤੀਜੀ ਵਾਰੀ ਪੁੱਛਦਾ, ਬਾਦਲ ਸਾਹਿਬ ਇਹ ਗੱਲ ਦੱਸੋ ਸਾਨੂੰ ਕਿ ਇਹਦਾ ਬੈਨੀਫਿਟ ਪਾਸ ਔਨ ਕਰੋਗੇ ਜਾਂ ਨਹੀਂ ਕਰੋਗੇ? ਦੂਜਾ, ਜੇ ਕਰੋਗੇ ਤਾਂ ਕਦੋਂ ਤੱਕ ਹੋ ਜੂ ਤੇ ਕਿੰਨੇ ਰੁਪਏ ਬਿਜਲੀ ਤੁਸੀਂ ਦੋਗੇ ਪ੍ਰਤੀ ਯੂਨਿਟ? ਇਹ ਪੁੱਛ ਲਓ ਪਲੀਜ਼, ਬਹੁਤ ਜ਼ਰੂਰੀ ਹੈ। ਬੱਬੀ ਜੀ, ਸਵਾਲ ਉੱਥੇ ਹੀ ਖੜਾ ਹੈ ਕਿ ਕਿੰਨੇ
मतलब सस्ती बिजली देनी है तो की रेट मिलू? ये बड़ा अहम सवाल है, लोग देख रहे हैं, लोग जानना चाहते हैं की रेट मिलू। सुरखाब जी रेट ਤਾਂ ਨਹੀਂ ਮੈਂ ਕਹਿ ਸਕਦਾ ਵੀ ਕੀ ਮਿਲੂ, ਪਰ ਮੁੱਖ ਮੰਤਰੀ ਜੀ ਨੇ ਇਹ ਕਹਿਤਾ ਹੈ ਕਿ 6 ਮਹੀਨਿਆਂ ਦੇ ਅੰਦਰ ਅਸੀਂ ਬਿਜਲੀ ਸਸਤੀ ਕਰਨੀ ਸ਼ੁਰੂ ਕਰ ਦੇਵਾਂਗੇ। ਨੰਬਰ 1। ਨੰਬਰ 2 ਦੀ ਗੱਲ ਤੁਸੀਂ ਕਹਿੰਦੇ ਹੋ ਕਿ ਕਰਜ਼ੇ ਤੇ ਕਿੰਨਾ ਜ਼ਿਆਦਾ ਸੁਹਿਰਦ ਰਹੀ ਹੈ ਕਾਂਗਰਸ ਤੇ ਅਕਾਲੀ ਭਾਜਪਾ। ਮੈਂ ਦੱਸਦਾ ਤੁਹਾਨੂੰ, ਪਹਿਲਾਂ ਅਕਾਲੀ ਭਾਜਪਾ ਨੇ ਕੀ ਕੀਤਾ, ਬੈਂਕ ਤੋਂ ਕਰਜ਼ਾ ਲਿਆ ਤੇ ਕੋਲੈਟਰਲ ਪਤਾ ਕੀ, ਜਿਹਦਾ ਆਪਾਂ ਗਿਰਵੀ ਰੱਖਦੇ ਹੁੰਨੇ ਆ, ਗਿਰਵੀ ਕੀ ਰੱਖਿਆ, ਜਿਹੜਾ ਸੈਸ ਆ ਰਿਹਾ ਸੀਗਾ ਫਿਊਲ ਤੋਂ, ਜਿਹੜਾ ਇੱਕ ਆਪਾਂ ਪੈਟਰੋਲ ਡੀਜ਼ਲ ਤੇ ਸਟੇਟ ਟੈਕਸ ਲਾਉਂਦੀ ਹੈ, ਉਹ ਸੈਸ ਨੂੰ ਗਿਰਵੀ ਰੱਖਤਾ ਕਿ ਅਗਲੇ 15 ਸਾਲ ਵਾਸਤੇ ਉਹ ਸੈਸ ਅਸੀਂ ਗਿਰਵੀ ਕਰਕੇ ਉਹਦੇ ਤੇ ਕਰਜ਼ਾ ਲੈ ਲਿਆ। ਤੇ ਇਧਰੋਂ ਸੁਣੋ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ, ਵੀ ਜਿਹੜਾ ਆਰਡੀਐਫ ਕੇਂਦਰ ਸਰਕਾਰ ਨੇ ਦਿੱਤਾ, ਉਸ ਆਰਡੀਐਫ ਨੂੰ ਪਿੰਡਾਂ 'ਚ ਵਰਤਣ ਦੀ ਥਾਂ ਤੇ ਇਹਨਾਂ ਨੇ ਕੀ ਕੀਤਾ ਕਿ ਉਸ ਆਰਡੀਐਫ ਨਾਲ ਕਰਜ਼ੇ ਦੀ ਇੱਕ ਕਿਸ਼ਤ ਮੋੜ ਦਿੱਤੀ, ਜਿਹਦੇ ਕਰਕੇ ਕੇਂਦਰ ਸਰਕਾਰ ਸਾਡੀ ਸਰਕਾਰ ਦਾ ਆਰਡੀਐਫ ਰੋਕੀ ਬੈਠੀ ਹੈ ਕਿ ਤੁਹਾਡੀ ਪਿਛਲੀ ਸਰਕਾਰ ਨੇ ਆਰਡੀਐਫ ਨੂੰ ਮਿਸਯੂਜ਼ ਕੀਤਾ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਤੁਹਾਨੂੰ ਦੱਸਦਾ ਕਿ ਪੈਸਾ ਆਊਗਾ ਕਿੱਥੋਂ? ਠੀਕ ਹੈ ਲੰਦਰ ਸਾਹਿਬ, ਤੁਹਾਡੇ ਤੇ ਇਲਜ਼ਾਮ ਹੈ ਕੇਂਦਰ 'ਚ ਸਰਕਾਰ ਤੁਹਾਡੀ ਹੈ, ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਆ, ਪੰਜਾਬ ਨੂੰ ਸਮਰੱਥ ਬਣਾਉਣ ਲਈ ਆਮ ਆਦਮੀ ਪਾਰਟੀ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਆ, ਪਰ ਕੇਂਦਰ ਸਰਕਾਰ ਪੈਸੇ ਰੋਕ ਕੇ, ਫੰਡ ਰੋਕ ਕੇ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਚਾਹੁੰਦੀ ਹੈ। ਦੇਖੋ ਇਸ ਤਰ੍ਹਾਂ ਹੈਗਾ, ਜਿੰਨੀ ਸੁਹਿਰਦ ਆਪਣਾ ਕੇਂਦਰ ਸਰਕਾਰ ਅੱਜ ਦੀ ਹੈਗੀ ਆ ਪੰਜਾਬੀਆਂ ਪ੍ਰਤੀ, ਕਿਸਾਨਾਂ ਪ੍ਰਤੀ, ਅੱਜ ਤੱਕ ਅਸੀਂ ਇਤਿਹਾਸ ਵਿੱਚ ਨਹੀਂ ਦੇਖਿਆ। ਦੇਖੋ ਆਪਣਾ 1.25 ਲੱਖ ਕਰੋੜ ਬਜਟ ਪ੍ਰੋਵੀਜ਼ਨ ਰੱਖੀ ਗਈ ਹੈਗੀ ਆ ਫਾਰਮਰ ਵੈਲਫੇਅਰ ਫੰਡ ਲਈ। ਉਹ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਗਰੀਬ ਕਿਸਾਨ ਹੈ ਉਹਨਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਜਾਂਦਾ ਹੈਗਾ, ਕਿਸਾਨ ਸਨਮਾਨ ਨਿਧੀ। ਨੰਬਰ 1। ਨੰਬਰ 2, 1.75 ਫਿਗਰਾਂ ਚੈੱਕ ਕਰ ਲੈਣ ਬੱਬੀ ਬਾਦਲ ਜੀ, 1.75 ਲੱਖ ਕਰੋੜ ਸਬਸਿਡੀ ਹੈ ਫਰਟੀਲਾਈਜ਼ਰ ਤੇ। ਉਹ ਸਾਰਾ ਆਪਣਾ ਟੋਟਲ ਕਰੀਏ ਤੇ 3 ਲੱਖ ਕਰੋੜ ਹੈ ਕਿਸਾਨਾਂ ਦੇ ਭਲੇ ਵਾਸਤੇ। ਅੱਜ ਆਪਾਂ ਬਿਜਲੀ ਦੀ ਗੱਲ ਕਰ ਰਹੇ ਹਾਂ ਤੇ ਜਿਹੜੀ ਬਿਜਲੀ ਹੈਗੀ ਆ ਇਹਦੇ ਤੇ 40% ਸਬਸਿਡੀ, 40% ਸੈਂਟਰ CFA ਸੈਂਟਰਲ ਫਾਈਨੈਂਸ਼ੀਅਲ ਅਸਿਸਟੈਂਸ ਉਹ ਦਿੱਤੀ ਜਾਂਦੀ ਹੈਗੀ ਆ ਸਾਰੇ ਸਟੇਟਾਂ ਨੂੰ। ਔਰ ਸਾਡੀ ਜਿਹੜੀ ਸਰਕਾਰ ਹੈ, ਆਮ ਆਦਮੀ ਪਾਰਟੀ ਸਰਕਾਰ ਹੈ, ਇਹ ਜੇ 2.54 ਰੁਪਏ 2 ਰੁਪਏ 54 ਪੈਸੇ ਪਰ ਯੂਨਿਟ ਅਗਰ ਖਰੀਦਣ ਦੇ ਯੋਗ ਹੋਈ ਆ, ਸਸਤੀ ਖਰੀਦਣ ਦੇ ਯੋਗ ਹੋਈ ਆ, ਇਟ ਇਜ਼ ਓਨਲੀ ਬਿਕੋਜ਼ ਆਫ ਦਾ ਗੁੱਡ ਪਾਲਿਸੀਜ਼ ਆਫ ਦਾ ਗਵਰਨਮੈਂਟ ਆਫ ਇੰਡੀਆ। ਸੋ ਇਸ ਕਰਕੇ ਆਪਣਾ ਜੋ ਭਾਰਤ ਸਰਕਾਰ ਸੋਚਦੀ ਆ ਗਰੀਬਾਂ ਲਈ, ਕਿਸਾਨਾਂ ਲਈ, ਉਹ ਅੱਜ ਤੱਕ ਕਦੇ ਵੀ ਸੋਚਿਆ ਨਹੀਂ ਸੀ ਗਿਆ। ਸੋ ਸਾਨੂੰ ਸਪੋਰਟ ਕਰਨਾ ਚਾਹੀਦਾ ਹੈ। ਖੜਿਆਲ ਸਾਹਿਬ ਜਲਦੀ ਆਪਣੇ ਸੰਖੇਪ ਦੇ ਵਿੱਚ ਆਪਣੀ ਗੱਲ ਕੰਪਲੀਟ ਕਰਿਓ। ਮੈਨੂੰ ਨਾ ਬੜੀ ਹੈਰਾਨਗੀ ਹੁੰਦੀ ਹੈ, ਕਹਿੰਦੇ ਕਿ ਆਰਡੀਐਫ ਦਾ ਜਿਹੜਾ ਪੈਸਾ ਹੈ ਸਾਨੂੰ ਸੈਂਟਰ ਦੇ ਨਹੀਂ ਰਹੀ ਹੈ। ਜਦੋਂ ਤਾਂ ਫਲੱਡ ਰਿਲੀਫ ਦੀ ਗੱਲ ਆਉਂਦੀ ਹੈ ਕਹਿੰਦੇ ਭੀਖ ਨਹੀਂ ਮੰਗਣੀ ਅਸੀਂ, ਹਾਲਾਂਕਿ ਉਹ ਸਾਡਾ ਹੱਕ ਹੈ, ਅਸੀਂ ਟੈਕਸ ਦਿੰਦੇ ਹਾਂ ਤੇ ਪੰਜਾਬ ਇੰਡੀਆ ਦਾ ਹਿੱਸਾ ਹੈ। ਤੇ ਫਿਰ ਆਰਡੀਐਫ ਵਾਲੇ ਤੁਸੀਂ ਕਹਿੰਦੇ ਪੈਸਾ ਦਿਓ, NHM ਵਾਲੇ ਪੈਸਾ ਦਿਓ, ਇਹ ਕੰਟਰਾਡਿਕਟਰੀ ਬਿਆਨ ਕਿਉਂ ਜਾਰੀ ਕਰਦੇ ਹੋ? ਜੇ ਹੱਕ ਹੈ ਤਾਂ ਫਲੱਡ ਰਿਲੀਫ ਵਾਲੇ ਵੀ ਹੱਕ ਹੈ, ਤੇ ਜੇ ਭੀਖ ਹੈ ਤਾਂ ਫਿਰ ਆਰਡੀਐਫ ਤੇ NHM ਵਾਲੇ ਭੀਖ ਕਿਉਂ ਨਹੀਂ ਹੈ ਜੀ? ਇਹ ਪੋਲਿਟਿਕਸ ਆਫ ਕਨਵੀਨੀਅੰਸ ਨਾ ਕਾਈਂਡਲੀ ਕਰਿਆ ਕਰੋ। ਤੇ ਮੈਂ ਨਾਮ ਪੁੱਛਿਆ ਸੀ ਰਿਪੋਰਟ ਦਾ, 90% ਤੁਸੀਂ ਕਿਹਾ ਕਿ ਲੋਕਾਂ ਦੇ ਬਿੱਲ ਦਿੱਤੇ, ਰਿਪੋਰਟ ਦਾ ਨਾਮ ਕੀ ਹੈ ਤੁਹਾਨੂੰ ਦੱਸਿਓ। ਬੱਬੀ ਜੀ ਜਾਂਦੇ ਰਿਪੋਰਟ ਦਾ ਨਾਮ ਦੱਸ ਦਿਓ, ਰਿਪੋਰਟ ਦਾ ਨਾਮ ਪੁੱਛਦੇ ਤੇ ਬਿਲਕੁਲ ਜਿਹੜਾ ਦੋਹਰੇ ਮਾਪਦੰਡ ਵਾਲਾ ਬਿਆਨ ਹੈ ਉਹਦੇ ਬਾਰੇ ਜੀ ਮੈਂ ਤੁਹਾਨੂੰ ਦੱਸਦਾ ਜੀ। ਪਹਿਲਾਂ ਖੜਿਆਲ ਸਾਹਿਬ ਦੇਖੋ, ਹਾਈ ਕੋਰਟ ਦੇ ਬਹੁਤ ਮਸ਼ਹੂਰ ਵਕੀਲ ਹੈ, ਜੇ ਅਸੀਂ ਫੁੱਲ ਪੇਜ ਦੀਆਂ ਐਡਾਂ ਦਿੱਤੀਆਂ 90% ਬਿੱਲ ਜ਼ੀਰੋ ਇਨ ਪੰਜਾਬ, 90% ਹਾਊਸ ਹੋਲਡ, ਇਹ ਸਾਡੇ ਤੇ ਕੇਸ ਕਰ ਦੇਣ, ਇਹ ਚਲੇ ਜਾਣ ਹਾਈ ਕੋਰਟ। ਇਹਨਾਂ ਨੇ ਤਾਂ ਆਪ ਹੀ ਕੇਸ ਕਰਨਾ, ਕਰ ਦਿਓ, ਅਸੀਂ ਦੇ ਦਾਂਗੇ ਜਵਾਬ। ਕੇਸ ਕਰੋਗੇ ਮੈਨੂੰ ਪਹਿਲਾਂ ਦੇਖੋ, ਕੇਸ ਦੀ ਤਾਂ ਆਮ ਆਦਮੀ ਪਾਰਟੀ ਦੀ ਇੱਕ ਹਿਸਟਰੀ ਰਹੀ ਹੈ, ਬੜੇ ਕੇਸ ਸਾਰੇ। ਹਲਕਾ ਲਾਂਬਾ ਦਾ ਕੇਸ ਦੇਖੋ, ਸੌਰੀ ਤਜਿੰਦਰ ਬੱਗਾ ਦਾ, ਕੁਮਾਰ ਵਿਸ਼ਵਾਸ ਦੇ ਪਰਚੇ ਕੁਆਸ਼ ਹੋ ਗਏ। ਉਦੋਂ ਬਾਅਦ ਸੁਪਰੀਮ ਕੋਰਟ ਗਏ ਸੀ, ਫਟਕਾਰ ਲੱਗੀ ਵੀ ਭਾਸ਼ਾ ਅਪਮਾਨਜਨਕ ਸੀਗੀ। ਸੋ ਇਹ ਕੇਸ ਜੇ ਮੈਂ ਕਰਤਾ ਤੇ ਆਮ ਆਦਮੀ ਪਾਰਟੀ ਲਈ ਹਿਸਟਰੀ ਫੇਰ ਦੁਹਰਾਊਗੀ। ਪਹਿਲਾਂ ਇਹਨਾਂ ਨੇ ਮਾਫੀਆ ਵੀ ਮੰਗੀ ਹੈ, ਦੇਖੋ ਇਲਜ਼ਾਮ ਲਾ ਕੇ ਮਾਫੀਨਾਮੇ ਕੋਰਟ ਦੇ ਦਿੱਤੇ ਹੈ। ਸੋ ਕੋਰਟ ਦਾ ਜ਼ਿਕਰ ਨਾ ਕਰੋ। ਮੈਂ ਤਾਂ ਇਹ ਗੱਲ ਪੁੱਛੀ ਸੀ ਵੀ ਇਹਨੇ ਦਾਅਵੇ ਨਾਲ ਕਹਿ ਰਹੇ ਹੋ ਵੀ 90% ਲੋਕਾਂ ਦੇ ਬਿੱਲ ਜ਼ੀਰੋ ਆਏ ਹੈ, ਤਾਂ ਘੱਟੋ ਘੱਟ ਜਨਾਬ ਜਿਹੜਾ ਅੰਕੜਾ ਕੋਰਟ ਕਰ ਰਹੇ ਹੋ ਕਿ ਕਿੱਥੋਂ ਦੇਖ ਲਿਆ, ਕਿੱਥੋਂ ਪੜ੍ਹ ਲਿਆ, ਸਾਨੂੰ ਦੱਸ ਤਾਂ ਦਿਓ, ਅਸੀਂ ਵੀ ਪੜ੍ਹ ਲਈਏ। ਤੇ ਜਨਾਬ ਨਹੀਂ ਹੈਗਾ ਰਿਪੋਰਟ, ਇਹ ਇਮੈਜਿਨਰੀ ਰਿਪੋਰਟ ਹੈ, ਫਿਰ ਐਂ ਦੱਸ ਦਿਓ ਸਾਨੂੰ ਵੀ ਖੜਿਆਲ ਸਾਹਿਬ ਸਾਡੇ, ਅਸੀਂ ਹੁਣ ਸਰਕਾਰ 'ਚ ਬੈਠੇ ਆ, ਪੰਜਾਬ ਰਾਜ ਬਿਜਲੀ ਬੋਰਡ ਸਾਡੇ ਕੋਲੇ ਹੈ,
ਸਾਨੂੰ ਇੱਕ ਇੱਕ ਕੀੜੀ ਤੁਰਦੀ ਦਿਖਦੀ ਹੈ ਪੰਜਾਬ ਦੇ ਵਿੱਚ। ਸਾਨੂੰ ਪਤਾ ਹੈ ਕਿ ਕਿੰਨਾ ਬਿੱਲ ਆਉਂਦਾ ਸੀ ਪਹਿਲਾਂ ਤੇ ਕਿੰਨਿਆਂ ਦਾ ਜ਼ੀਰੋ ਆਉਂਦਾ ਹੈ। ਕਿਰਪਾ ਦਿਖਾ ਕਰਕੇ ਦਿਓ। ਸਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਸਾਨੂੰ ਆਪ ਦਾ ਬਿਜਲੀ ਬੋਰਡ ਦਾ, ਸਾਡਾ ਪਾਵਰ ਮਹਿਕਮੇ ਦਾ ਰਿਪੋਰਟ ਸਾਡੇ ਕੋਲੇ ਫੀਡਬੈਕ ਹੈ ਵੀ ਕਿੰਨੇ ਹਾਊਸ ਹੋਲਡ ਦਿਖਾਓ। ਜ਼ੀਰੋ ਬਿੱਲ ਗਿਆ ਹੈ। ਮੈਂ ਕਹਿੰਦਾ ਕਿਤੇ ਦਿਖਾ ਦਿਓ। ਤੁਸੀਂ ਐ ਕਰੋ, ਤੁਸੀਂ ਉਹ ਪਾ ਲਓ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਤੁਹਾਨੂੰ ਆਰਟੀਆਈ ਚ ਕੱਢ ਦਿੰਨੇ ਆ। ਨੰਬਰ 2 ਦੀ ਗੱਲ ਹੈ, ਮਤਲਬ ਐਂ ਅਸੀਂ ਸਵਾਲ ਪੁੱਛ ਹੀ ਨਹੀਂ ਸੁਰਖਾਰ ਜੀ, ਸਕਦੇ। ਹੁਣ ਤੁਸੀਂ ਪੁੱਛੋ ਵੀ ਕਿੱਥੋਂ ਅਸੀਂ ਪੈਸਾ ਪੂਰਾ ਕਰਾਂਗੇ। ਇਮਾਨਦਾਰੀ ਤੋਂ ਪੈਸਾ ਪੂਰਾ ਕਰਾਂਗੇ। ਨਾ ਤਾਂ ਸ਼ਰਾਬ ਦੇ ਠੇਕਿਆਂ ਵਿੱਚ ਮਾਫੀਆ ਚੱਲਣ ਦੇਵਾਂਗੇ, ਨਾ ਮਾਫੀਆ ਟਰਾਂਸਪੋਰਟ 'ਚ ਚੱਲੂਗਾ, ਨਾ ਸੈਂਡ ਮਾਈਨਿੰਗ 'ਚ ਚੱਲੂਗਾ। ਜਿਹੜਾ ਇਮਾਨਦਾਰੀ ਦਾ ਪੈਸਾ ਹੈ ਉਹਦੇ ਨਾਲ ਇਹ ਪੂਰਾ ਕਰਾਂਗੇ ਤੇ ਲੋਕਾਂ ਦੀ ਰੇਤਾ ਸਹੂਲਤ ਦੀ ਲਈ ਵਰਤਾਂਗੇ। ਮਾਈਨਿੰਗ 40-40 ਫੁੱਟ ਹੋ ਰਹੀ ਆ ਤੁਹਾਡੀ ਸਰਕਾਰ 'ਚ। ਰੇਤਾ ਦੀ ਮਾਈਨਿੰਗ ਜਲੰਧਰ ਅਸੀਂ ਵਿਖਾ ਚੁੱਕੇ ਮੀਡੀਆ ਤੇ 40-40 ਫੁੱਟ। ਮਨਜੀਤ। ਡੀਸੀ ਨੂੰ ਐਪਲੀਕੇਸ਼ਨ ਦੇ ਕੇ ਆਏ, ਪਰਚਾ ਨਹੀਂ ਹੋਇਆ। ਇਹ ਤੁਹਾਡੀ ਸਰਕਾਰ ਰਲੀ ਹੋਈ ਆ, ਕਰਪਟ ਹੋ ਗਈ ਸਰਕਾਰ ਤੁਹਾਡੀ। ਬੱਬੀ ਬਾਦਲ ਜੀ, ਮਨਜੀਤ 40 ਫੁੱਟ ਤੱਕ ਮਾਈਨਿੰਗ ਹੋਈ ਹੈ। ਮਨਜੀਤ ਜੀ ਤੁਹਾਡੀ ਜਥੇਬੰਦੀ ਕਿਹੜੀ ਹੈ ਮੈਨੂੰ ਨਹੀਂ ਪਤਾ, ਤੇ ਤੁਸੀਂ ਕਿਹਦੀ ਇਸ਼ਾਰੇ ਤੇ ਭਾਰਤੀ ਗੱਲਾਂ ਕਿਸਾਨ ਕਰਦੇ ਹੋ। ਯੂਨੀਅਨ ਦੁਆਬਾ, ਲੇਕਿਨ- ਭਾਰਤੀ ਕਿਸਾਨ ਯੂਨੀਅਨ ਲੇਕਿਨ ਦੁਆਬਾ ਮੇਰੀ- ਵੱਲੋਂ ਮੈਂ ਜਾ ਕੇ ਲੇਕਿਨ ਮੇਰੀ ਡੀਸੀ ਸਾਹਿਬ ਨੂੰ ਬੇਨਤੀ ਮੰਗ ਪੱਤਰ ਦੇ ਕੇ ਆਇਆ। 40 ਫੁੱਟ ਜਿੱਦਣ ਤੱਕ ਮਾਈਨਿੰਗ ਹੋਈ, ਭਗਵੰਤ 40 ਫੁੱਟ ਮਾਨ ਤੱਕ। ਜਿੱਦਣ ਭਗਵੰਤ ਮਾਨ ਕਰਪਟ ਹੋ ਗਿਆ, ਮੇਰਾ ਗਾਟਾ ਲਾ ਫਿਰ ਦਿਓ। ਕਿਉਂ ਨਹੀਂ ਤੁਸੀਂ। ਪਰਚੇ ਹੋ ਰਹੇ? ਮੇਰਾ ਗਾਟਾ ਲਾ ਜੇ ਦਿਓ। ਕਿਸਾਨ ਮਿੱਟੀ ਵੱਢ ਲੈਂਦਾ 2 ਫੁੱਟ, ਤੁਸੀਂ ਪਰਚੇ ਕਰਦੇ ਹੋ, ਉਹਦੀ ਮਸ਼ੀਨਰੀ ਬੰਦ ਕਰ ਦਿੰਦੇ ਹੋ। ਉੱਥੇ ਤੁਸੀਂ 40 ਲਿਆਓ, ਫੁੱਟ ਤੱਕ ਮਾਈਨਿੰਗ ਹੋ ਸਾਨੂੰ- ਗਈ, ਉਹ ਕਿਸੇ ਠੇਕੇਦਾਰ ਦੇ ਪਰਚਾ ਲਿਆਓ। ਨਹੀਂ। ਮੈਂ ਡੀਸੀ ਸਾਹਿਬ ਨੂੰ ਦੇ ਚੁੱਕੇ, ਮੀਡੀਆ 'ਚ ਜਾ ਚੁੱਕੇ, ਤੁਹਾਡੇ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਤੁਹਾਡੇ ਨੁਮਾਇੰਦੇ ਉਹਨਾਂ ਕੋਲ ਜਾ ਚੁੱਕੇ, ਪਰ ਉਹਨਾਂ ਦੀ ਮਿਲੀ ਭੁਗਤ ਨਾਲ ਸਾਰਾ ਸੁਰਖਾਰ ਕੁਝ ਹੋ ਜੀ, ਰਿਹਾ। ਮੈਨੂੰ ਤਾਂ ਐਂ ਲੱਗਦਾ ਹੈ ਵੀ ਇਮਾਨਦਾਰੀ ਅੱਜ ਤਿੰਨੇ ਬੁਲਾਰੇ ਇਕੱਠੇ ਹੋ ਗਏ ਆ। ਅੱਜ ਠੀਕ ਹੈ। ਤਿੰਨੇ ਬੁਲਾਰੇ ਇਕੱਠੇ ਹੋ ਗਏ ਆ। ਭਾਜਪਾ ਕਾਂਗਰਸ ਮੁੱਦਿਆਂ ਦੀ ਗੱਲ ਹੈ, ਮੁੱਦਿਆਂ ਦੇ ਨਾਲ ਹੱਲ ਕਰਨ ਦੀ ਗੱਲ ਕਰਨੀ ਹੈ, ਮੁੱਦੇ ਹੱਲ ਕਰਨ ਦੀ ਗੱਲ ਕਰਨੀ ਹੈ। ਛੋਟਾ ਜਿਹਾ ਕਮੈਂਟ ਜੀ ਲੱਕੀ ਸਾਹਿਬ ਲਾਸਟ ਕਮੈਂਟ ਹੈ ਬਦਲ ਸਾਹਿਬ ਜੀ। ਛੋਟਾ ਜਿਹਾ ਕਮੈਂਟ ਹੈ, ਛੋਟਾ ਜਿਹਾ। Last comment। ਆਪਣਾ ਮਾਨਯੋਗ ਮੁੱਖ ਮੰਤਰੀ ਜੀ ਨੇ ਪੀਸੀ ਕੀਤੀ ਹੈਗੀ ਆ ਕਿ ਅਸੀਂ ਇੰਨਾ ਆ ਨਵਾਂ ਸਮਝੌਤਾ ਬੜਾ ਸਸਤਾ ਬਿਜਲੀ ਦੇ ਰੇਟਾਂ ਤੇ ਕੀਤਾ, ਵੈਲਕਮ ਹੈ। ਲੇਕਿਨ ਬਾਕੀ ਵੀ ਤਾਂ ਟਰਾਂਸਪੇਰੈਂਸੀ ਲੈ ਕੇ ਆਓਗੇ। ਸਾਡਾ ਪੰਜਾਬ ਦਾ ਹੈਲੀਕਾਪਟਰ ਕਦੇ ਹਿਮਾਚਲ, ਕਦੇ ਗੁਜਰਾਤ, ਕਦੇ ਪਟਨਾ, ਕਦੇ ਤਾਮਿਲਨਾਡੂ ਕਿਉਂ ਜਾਂਦਾ ਆ ਤੇ ਕਿੰਨਾ ਖਰਚਾ ਹੋ ਰਿਹਾ, ਕਿਹਦੇ ਵਾਸਤੇ ਹੋ ਰਿਹਾ? ਸਾਡਾ ਪੰਜਾਬ ਦਾ ਪੈਸਾ ਆ, ਉਹਨਾਂ ਦਾ ਨਿੱਜੀ ਪੈਸਾ ਨਹੀਂ ਹੈ ਤੇ ਕਿਉਂ ਲਿਆ ਵਰਤਿਆ ਜਾ ਰਿਹਾ ਉੱਥੇ? ਇਹਦੇ ਬਾਰੇ ਵੀ ਜਰਾ ਜਾਣਕਾਰੀ ਦੇ ਦਿਓ ਆਪਣੇ ਆਪ ਹੀ। ਠੀਕ ਹੈ ਹਾਂਜੀ ਬੱਬੀ ਜੀ ਲਾਸਟ ਕਮੈਂਟ, ਬਿਲਕੁਲ ਲਾਸਟ ਕਮੈਂਟ ਇਹ ਹੈ, ਪੰਜਾਬ ਦੇ ਲੋਕਾਂ ਨੇ ਹੈਲੀਕਾਪਟਰ ਦੀ ਚਾਬੀ ਭਗਵੰਤ ਮਾਨ ਨੂੰ ਦਿੱਤੀ ਹੈ। ਮਿਸਯੂਜ਼ ਕਰਨ ਲਈ ਨਹੀਂ ਹੈ, ਅਮਰਿੰਦਰ ਸਿੰਘ ਮਿਸਯੂਜ਼ ਕਰਨ ਲਈ ਨਹੀਂ ਹੈ। ਔਰ ਉਸਾ ਆਲਮ ਨੂੰ ਲੈ ਕੇ ਜੋਧਪੁਰ ਘੁੰਮਣ ਚਲਿਆ ਜਾਂਦਾ ਸੀ, ਹੁਣ ਭਾਜਪਾ 'ਚ ਕਿਉਂ ਲੈ ਲਿਆ ਤੁਸੀਂ? ਇਹ ਤਾਂ ਹੁਣ ਤੁਸੀਂ ਵੀ ਤਾਂ ਆਪ ਜਾ ਗਏ, ਪਹਿਲਾਂ ਅਕਾਲੀ ਦਲ 'ਚ ਸੀਗੇ। ਬਹੁਤ ਸਾਰੀਆਂ ਯਾਦ ਰਹਿ ਗਈਆਂ, ਲੇਕਿਨ ਮੁੱਦਾ ਕੋਈ ਭੁੱਲ ਗਿਆ। ਹਾਲਾਂਕਿ ਮੁੱਦਾ ਸੀ ਇਹੀ ਕਰਾਂਗੇ ਜੀ, ਠੀਕ ਹੈ, ਮੁੱਦਾ ਸੀ ਕਿ ਪੰਜਾਬ ਸਮਰੱਥ ਕਦੋਂ ਹੋਵੇਗਾ, ਸੌਰ ਊਰਜਾ ਦੇ ਪ੍ਰੋਜੈਕਟ ਪੰਜਾਬ ਦੇ ਲਈ ਕਿੰਨੇ ਕਾਰਗਰ ਹੋਣਗੇ। ਸਾਰਿਆਂ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਵਾਲ ਉੱਥੇ ਹੀ ਖੜਾ ਹੈ ਕਿ ਪੰਜਾਬ ਸਮਰੱਥ ਕਦੋਂ ਹੋਵੇਗਾ, ਕਦੋਂ ਕਰਜ਼ੇ ਦੀ ਜਿਹੜੀ ਪੰਡ ਉਹ ਪੰਜਾਬ ਤੋਂ ਲੱਥੇਗੀ, ਤੇ ਖਾਸ ਤੌਰ ਤੇ ਜਿਹੜੇ ਨਵੇਂ ਸਮਝੌਤੇ ਕੀਤੇ ਜਾ ਰਹੇ ਨੇ ਬਿਜਲੀ ਨੂੰ ਲੈ ਕੇ, ਉਹ ਕਦੋਂ ਇੰਨੇ ਕੁ ਕਾਰਗਰ ਸਾਬਤ ਹੋਣਗੇ ਕਿ ਪੰਜਾਬ ਦੇ ਲੋਕਾਂ ਦੇ ਆਰਥਿਕ ਤੌਰ ਤੇ ਪੈਂਦਾ ਬੋਝ ਜਿਹੜਾ ਬਿਜਲੀ ਦਾ ਉਹ ਖਤਮ ਹੋਵੇਗਾ ਤੇ ਪੰਜਾਬ ਆਪਣੇ ਪੈਰਾਂ ਤੇ ਇੱਕ ਵਾਰ ਫਿਰ ਤੋਂ ਖੜਾ ਹੋਵੇਗਾ।